ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਆਪ ਜੀ ਨੂੰ ਪਤਾ ਜਦੋਂ ਦਰਬਾਰ ਸਾਹਿਬ ਦੇ ਹਮਲੇ ਹੋਣ ਦੇ ਨਾਲ ਇਹਨਾਂ ਨੇ 36 ਗੁਰਦੁਆਰਿਆਂ ਤੇ ਹਮਲਾ ਕੀਤਾ ਸੀ। ਇਹ ਕਹਿੰਦੇ ਸੰਤ ਜਰਨੈਲ ਸਿੰਘ ਵੀ ਇੱਥੇ ਤਾਂ ਕਰਕੇ ਕੀਤਾ, ਪਰ ਨਹੀਂ, ਇਹਨਾਂ ਨੇ ਸਾਡੇ ਗੁਰਦੁਆਰਿਆਂ ਤੇ ਹਮਲਾ ਕਰਕੇ ਸਾਨੂੰ ਇਹ ਅਹਿਸਾਸ ਕਰਾਇਆ ਵੀ ਤੁਸੀਂ ਸਾਡੇ ਦੇਸ਼ ਦੇ ਨਹੀਂ ਜੋ, ਤੁਸੀਂ ਸਾਡੇ ਸਿੱਖ ਨਹੀਂ ਜੋ, ਤੁਸੀਂ ਇੰਡੀਆ ਦੇ ਨਹੀਂ ਜੋ, ਤੁਸੀਂ ਭਾਰਤ ਦੇ ਨਹੀਂ ਜੋ, ਤੁਹਾਡੇ ਨਾਲ ਇੱਕ ਮਾੜਾ ਵਿਹਾਰ ਕੀਤਾ ਗਿਆ। ਹੁਣ ਵੀ ਵੇਖੀਏ ਬਾਅਦ ਵਿੱਚ ਜਦੋਂ ਅਟੈਕ ਹੋਇਆ, ਅਟੈਕ ਤੋਂ ਬਾਅਦ ਵਿੱਚ ਜਿੰਨੀ ਨੌਜਵਾਨੀ ਸਾਡੀ ਖਤਮ ਕਰਤੀ ਇਹਨਾਂ ਨੇ। ਜਿਨ੍ਹਾਂ ਨੌਜਵਾਨ ਸੀ ਉਹਨਾਂ ਨੂੰ ਅੱਤਵਾਦ ਕਹਿ ਕੇ, ਅੱਤਵਾਦੀ ਕਦੀ ਵੀ ਕਿਸੇ ਮਾਂ ਦੇ ਪੇਟੋਂ ਜਨਮ ਨਹੀਂ ਗਾ ਲੈਂਦਾ, ਅੱਤਵਾਦ ਬਣਾਈ ਜਾਂਦੇ ਨੇ। ਅੱਤਵਾਦੀ ਇਹਨਾਂ ਦਾ ਲਫ਼ਜ਼ ਦਿੱਤਾ ਹੋਇਆ, ਪਰ ਉਹ ਯੋਧੇ ਸਨ, ਉਹਨਾਂ ਸੰਤਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਤੇ ਉਹਨਾਂ ਨੂੰ ਖਤਮ ਕੀਤਾ। ਪਰ ਸਰਕਾਰਾਂ ਸਾਡੀਆਂ ਇਹ ਚਾਹੁੰਦੀਆਂ, ਜਿਸ ਤਰ੍ਹਾਂ ਫੈਡਰੇਸ਼ਨਾਂ ਵੇਖੋ ਕਿੰਨੀਆਂ ਕਰ ਦਿੱਤੀਆਂ ਸੀ। ਇੱਕ ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੀ, ਉਹਨਾਂ ਫੈਡਰੇਸ਼ਨਾਂ ਤੋੜ ਕੇ ਸਰਕਾਰਾਂ ਨੇ ਖਰੀਦ ਕੇ ਵੱਖਰੇ ਘਰ ਤੇ ਢਾਂਚੇ ਬਣਾਤੇ। ਉਦੋਂ ਬਾਅਦ ਦਮਦਮੀ ਟਕਸਾਲ ਦੀ ਇੱਕ ਨਿਸ਼ਾਨਾ ਸੀ ਸੰਤ ਜਰਨੈਲ ਸਿੰਘ। ਬਾਅਦ ਦਮਦਮੀ ਟਕਸਾਲ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਦੀ ਆ, ਚੜ੍ਹਦੀ ਕਲਾ 'ਚ ਰਹੇਗੀ, ਇਹ ਲੋਕਾਂ ਨੂੰ ਸਿੱਧੇ ਰਸਤੇ ਪਾਏਗੀ, ਲੋਕਾਂ ਦੇ ਬੱਚਿਆਂ ਨੂੰ ਚੰਗਾ ਸਿਧਾਂਤ ਦੇਗੀ, ਚੰਗਾ ਅਸੂਲ ਦੇਗੀ। ਤੇ ਉਸ ਟਕਸਾਲ ਨੂੰ, ਦਮਦਮੀ ਟਕਸਾਲ ਨੂੰ, ਉੱਥੇ ਮਹਿਤਾ ਸਾਹਿਬ ਦੇ ਵਿੱਚ ਵੇਖੋ ਵੰਡ ਵੰਡਾਈ ਕਰਕੇ ਉੱਥੇ ਸਰਕਾਰਾਂ ਦਾ ਗਲਬਾ ਹੋ ਗਿਆ। ਜਿਹੜੇ ਲੋਕਾਂ ਦੀ ਸੋਚ ਹੀ ਸੰਤ ਜਰਨੈਲ ਸਿੰਘ ਦੇ ਨਾਲ ਜੁੜਾਂਗੇ, ਚਾਹੇ ਉਹਦੇ ਟਕਸਾਲ ਦੇ ਨਾਲ ਜੁੜਾਂਗੇ, ਅੱਜ ਉੱਥੇ ਜਿਹੜੇ ਉਹ ਕੰਮ ਹੋ ਰਹੇ ਨੇ ਜਿਹੜੇ ਨਹੀਂ ਸੀ ਹੋਣੇ ਚਾਹੀਦੇ। ਜਿਹੜੀਆਂ ਸਰਕਾਰਾਂ ਚਾਹੁੰਦੀਆਂ ਉਹ ਕੰਮ ਅੱਜ ਉੱਥੇ ਹੋ ਰਹੇ ਨੇ। ਇਹ ਇੱਕ ਜਥੇਬੰਦੀਆਂ ਵੱਖਰੀਆਂ ਬਣਨੇ, ਢਾਂਚੇ ਬਣਨੇ, ਇਹ ਸਰਕਾਰਾਂ ਦੀ ਚਾਲ ਸੀ। ਉਹ ਚਾਲ ਦੇ ਵਿੱਚ ਭਾਵੇਂ ਕਾਮਯਾਬ ਹੋ ਗਏ ਨੇ, ਸਾਨੂੰ ਉਹਨਾਂ ਨੇ ਵੱਖਰਾ ਖੇਰੂ ਕਰ ਦਿੱਤਾ, ਪਰ ਇਹ ਸਿਧਾਂਤ ਨਹੀਂ ਮਾਰ ਸਕਦੇ। ਸੰਤ ਜਰਨੈਲ ਸਿੰਘ ਸੋਚ ਨੂੰ ਨਹੀਂ ਮਾਰ ਸਕਦੇ, ਨਾ ਮਰੇਗੀ ਨਾ ਇਹ ਮਰਨੀ ਆ। ਇਹ ਲੋਕ ਉਹਨਾਂ ਦੀ ਫੋਟੋ ਤੋਂ ਵੀ ਡਰੀ ਜਾਂਦੇ ਨੇ, ਉਹਨਾਂ ਦੇ ਦਿਨ ਤੋਂ ਡਰੀ ਜਾਂਦੇ ਨੇ। ਇਹ ਚਾਹੁੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਕਿਤੇ ਇਹਨਾਂ ਦਾ ਦਿਨ ਨਾ ਮਨਾਇਆ ਜਾਏ। ਅਸੀਂ ਇਹ ਗੱਲ ਨੂੰ ਨਿਸ਼ਚਾ ਨਾਲ ਕਹਿੰਦੇ ਹਾਂ ਵੀ ਸੰਤ ਜਰਨੈਲ ਸਿੰਘ ਦਾ ਇੱਥੇ ਦਰਬਾਰ ਦਾ ਕੀ ਅਸੀਂ ਪਿੰਡ ਗੁਰਦੁਆਰਿਆਂ ਦੇ ਵਿੱਚ ਦਿਨ ਉਹਨਾਂ ਦੇ ਮਨਾਏ ਜਾਣਗੇ, ਘਰਾਂ ਦੇ ਵਿੱਚ ਮਨਾਏ ਜਾਣਗੇ। ਘਰ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਆ, ਕਿਸੇ ਗੱਡੀ ਦੇ ਵੇਖੋ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਆ। ਅਸੀਂ ਹਰ ਇੱਕ ਥਾਂ ਤੇ ਇਹ ਜਿੰਨਾ ਡੱਕਣਗੇ, ਇਹ ਕੌਮ ਹੈ ਅਸੀਂ ਆ, ਜਿੰਨੀ ਕੌਮ ਨੂੰ ਦਬਾਇਆ ਜਾਏ ਉਹਨੇ ਕੌਮ ਤਾਂ ਨੂੰ ਉੱਭਰਦੀ ਆ। ਦੇਸ਼ ਵਿਦੇਸ਼ ਵਿੱਚ ਅਕਾਲ ਚੈਨਲ ਦੇ ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਕਾਲ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਵੀ ਕੋਈ ਵੀ ਇਵੈਂਟ ਆਉਂਦਾ ਆ ਜੋ ਪੰਜਾਬੀ ਜਾਂ ਪੰਜਾਬੀਅਤ ਦੇ ਨਾਲ ਜੁੜਿਆ ਹੋਵੇ ਜਾਂ ਸਿੱਖ ਪੰਥ ਦੇ ਨਾਲ ਖਾਸ ਤੌਰ ਤੇ ਜੁੜਿਆ ਹੋਵੇ, ਤੇ ਉਸ ਇਵੈਂਟ ਸੰਬੰਧੀ, ਉਸ ਘਟਨਾਵਾਂ ਦੇ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਲੜੀ ਲੈ ਕੇ ਹਾਜ਼ਰ ਹੁੰਦੇ ਆ। 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੌਮੀ ਦੁਖਾਂਤ ਵਾਪਰਿਆ, ਜਿਹਨੂੰ ਸਾਕਾ ਦਰਬਾਰ ਸਾਹਿਬ ਜੂਨ 1984 ਦਾ ਸਾਕਾ ਜਾਂ ਉਹਨੂੰ ਤੀਸਰੇ ਘੱਲੂਘਾਰੇ ਵਜੋਂ ਵੀ ਯਾਦ ਕਰਦੇ ਹਾਂ। ਹਰ ਸਾਲ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਹਫ਼ਤੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ 2 ਵਾਰ ਸਾਲ 'ਚ ਅਜਿਹਾ ਹੁੰਦਾ ਆ ਜਦੋਂ ਪੂਰਾ ਹਫ਼ਤਾ ਜਿਹੜਾ ਆ ਉਹ ਸਿੱਖ ਸ਼ਹੀਦਾਂ ਨੂੰ, ਸਿੱਖ ਯੋਧਿਆਂ ਨੂੰ ਸਮਰਪਿਤ ਕੀਤਾ ਜਾਂਦਾ ਆ। ਇੱਕ ਇਹ ਜੂਨ 1984 ਦਾ ਹਫ਼ਤਾ 1 ਜੂਨ ਤੋਂ ਲੈ ਕੇ 6 ਜੂਨ ਤੱਕ, ਤੇ ਦੂਸਰਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ ਔਰ ਚਮਕੌਰ ਦੀ ਗੜੀ ਜਾਂ ਸਰਹੰਦ ਵਿੱਚ ਜੋ ਕੁਝ ਵਾਪਰਦਾ ਹੈ, ਉਹ ਪੂਰਾ ਇੱਕ ਹਫ਼ਤਾ ਉਸ ਵੇਲੇ ਡੈਡੀਕੇਟ ਕੀਤਾ ਜਾਂਦਾ ਆ ਸਿੱਖ ਪੰਥ ਵੱਲੋਂ। ਔਰ ਉਹਨਾਂ ਦਿਨਾਂ ਵਿੱਚ ਉਹਨਾਂ ਸੂਰਮਿਆਂ, ਬਹਾਦਰਾਂ, ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੋਇਆ ਜਾਂਦਾ ਆ, ਸ਼ਰਧਾ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਆ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੀ ਨਵੀਂ ਪਨੀਰੀ ਨੂੰ ਉਹਦੇ ਰੂਬਰੂ ਕੀਤਾ ਜਾਵੇ। 1 ਜੂਨ ਤੋਂ 6 ਜੂਨ ਤੱਕ ਵਾਪਰੇ ਕੌਮੀ ਦੁਖਾਂਤ ਬਾਰੇ ਜਿਹੜੀ ਲੜੀ ਸ਼ੁਰੂ ਕੀਤੀ ਗਈ ਹੈ, ਉਹਦੇ ਸੰਦਰਭ ਦੇ ਵਿੱਚ ਅੱਜ ਅਸੀਂ ਖਾਸ ਤੌਰ 'ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹੁੰਚੇ ਹੋਏ ਹਾਂ। ਔਰ ਸਾਡੇ ਨਾਲ ਸਿੱਖ ਸ਼ਖਸੀਅਤਾਂ ਜਿਨ੍ਹਾਂ ਨੇ ਉਹ ਸਾਰਾ ਕੁਛ ਆਪਣੀ ਅੱਖੀਂ ਦੇਖਿਆ, ਇੱਕ ਚਸ਼ਮਦੀਦ ਗਵਾਹ ਵੀ ਨੇ, ਔਰ ਬਹੁਤ ਕੁਛ ਪਿੰਡੇ 'ਤੇ ਹੰਡਾਇਆ। ਉਸ ਵੇਲੇ ਦੇ ਕੀ ਹਾਲਾਤ ਸਨ, ਉਸ ਤੋਂ ਬਾਅਦ ਦੇ ਕੀ ਹਾਲਾਤ ਹੋਏ, ਔਰ ਅੱਜ ਕੌਮ ਕਿੰਨਾ ਹਾਲਾਤਾਂ ਵਿੱਚੋਂ ਲੰਘ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਸਤਨਾਮ ਸਿੰਘ ਜੀ ਕਾਹਲੋਂ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਵੀ ਕਰਾਂਗੇ ਔਰ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਉਸ ਵੇਲੇ ਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਸਨ। ਭਾਵੇਂ ਕਿ ਸਰਕਾਰਾਂ ਦੀਆਂ ਨਲਾਇਕੀਆਂ ਸੀ ਜਾਂ ਕਿਤੇ ਨਾ ਕਿਤੇ ਸਾਡੇ ਆਗੂਆਂ ਦੀਆਂ ਵੀ ਵੱਡੀਆਂ ਗਲਤੀਆਂ ਸੀ, ਜਾਂ ਉਸ ਤੋਂ ਬਾਅਦ ਵੀ ਕੀ ਕੁਝ ਵਾਪਰਦਾ ਹੈ, ਔਰ ਕੌਮ ਦੀ ਮਾਨਸਿਕ ਦਸ਼ਾ
ਉੱਤੇ ਕੀ ਪ੍ਰਭਾਵ ਪੈਂਦਾ ਹੈ ਉਸ ਸਾਰੇ ਸਾਕੇ ਦਾ, ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਸਤਨਾਮ ਸਿੰਘ ਜੀ ਦਾ ਅਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਉਹ ਬੜਾ ਹੀ ਭਿਆਨਕ ਸਮਾਂ ਸੀ, ਭਾਵੇਂ ਕਿ ਇਹਦੀ ਜਿਹੜੀ ਖੇਡ ਹੈ ਉਹ ਸੰਨ 78 ਤੋਂ ਸ਼ੁਰੂ ਹੋ ਜਾਂਦੀ ਹੈ। ਤੇ ਜੇ ਹੋਰ ਬਰੀਕੀ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਤਾਂ ਸੰਨ 47 ਤੋਂ ਬਾਅਦ ਜਿਸ ਦੇਸ਼ ਨੂੰ ਆਜ਼ਾਦ ਕਰਵਾਉਣ ਵੇਲੇ ਵੱਡੀ ਗਿਣਤੀ ਸਿੱਖਾਂ ਦੀ ਸ਼ਹਾਦਤਾਂ ਦਿੰਦੀ ਹੈ, ਮੋਰਚੇ ਲੱਗਦੇ ਨੇ, ਜੇਲ੍ਹ ਭਰੋ ਅੰਦੋਲਨ ਚੱਲਦੇ ਨੇ, ਬਹੁਤ ਸਾਰੇ ਸਾਕੇ ਵਾਪਰਦੇ ਨੇ, ਬੇਅੰਤ ਸ਼ਹਾਦਤਾਂ ਹੁੰਦੀਆਂ ਨੇ, ਔਰ ਸਾਡੇ ਹੀ ਦੇਸ਼ ਦੇ ਉਸ ਵੇਲੇ ਦੇ ਜਿਹੜੇ ਚੋਟੀ ਦੇ ਆਗੂ ਨੇ, ਚਾਹੇ ਉਹ ਮਹਾਤਮਾ ਗਾਂਧੀ ਹੋਵੇ, ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ, ਜਾਂ ਹੋਰ ਸਿਰਕੱਢ ਆਗੂ ਹੋਣ, ਉਸ ਵੇਲੇ ਉਹਨਾਂ ਨੂੰ ਅਕਾਲੀ ਪੁੱਤਰ ਚੰਗੇ ਲੱਗਦੇ ਨੇ ਔਰ ਦੇਸ਼ ਦੇ ਅਸਲ ਪੁੱਤਰ ਹੋਣ ਦਾ ਖਿਤਾਬ ਵੀ ਦਿੰਦੇ ਨੇ। ਉਹਨਾਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਅੱਜ ਵੀ ਇਤਿਹਾਸਕ ਦਸਤਾਵੇਜ਼ ਦੇ ਵਿੱਚ ਸਾਡੇ ਕੋਲ ਮੌਜੂਦ ਨੇ, ਜਿਨ੍ਹਾਂ ਵਿੱਚ ਇਹ ਸਿਰਕੱਢ ਆਗੂ ਜਿਹੜੇ ਭਾਰਤ ਦੇਸ਼ ਦੇ ਆਗੂ ਸਨ, ਜੋ ਲਿਖਦੇ ਨੇ ਕਿ ਅਸਲ ਵਿੱਚ ਅਕਾਲੀ ਹੀ ਦੇਸ਼ ਦੇ ਸਪੁੱਤਰ ਨੇ, ਅਸੀਂ ਕਪੁੱਤਰ ਹਾਂ। ਤੇ ਜਦੋਂ ਗੁਰੂ ਕਾ ਬਾਗ ਮੋਰਚਾ ਜਿੱਤਿਆ ਜਾਂਦਾ ਹੈ, ਬਕਾਇਦਾ ਤਾਰ ਭੇਜੀ ਜਾਂਦੀ ਹੈ ਜਿਹਦੇ ਵਿੱਚ ਵਧਾਈ ਦਿੱਤੀ ਜਾਂਦੀ ਹੈ ਔਰ ਇਹ ਗੱਲ ਆਖੀ ਜਾਂਦੀ ਹੈ ਵੀ ਜਿਹੜਾ ਭਾਰਤ ਨੂੰ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਚਾਬੀ ਜਿਹੜੀ ਹੈ ਉਹ ਇਹਨਾਂ ਅਕਾਲੀਆਂ ਦੇ ਹੱਥ ਵਿੱਚ ਹੈ। ਪਰ ਸੰਨ 47 ਤੋਂ ਬਾਅਦ ਜਿਉਂ ਹੀ ਦੇਸ਼ ਆਜ਼ਾਦ ਹੁੰਦਾ ਹੈ ਤਾਂ ਨਾਲ ਦੀ ਨਾਲ ਇੱਕ ਸਰਕੂਲਰ ਕੱਢ ਦਿੱਤਾ ਜਾਂਦਾ ਹੈ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਫਿਰ ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੀ ਹੱਦਬੰਦੀ ਦੀ ਗੱਲ, ਪੰਜਾਬੀ ਤੇ ਪੰਜਾਬੀ ਮਾਂ ਬੋਲੀ ਦੀ ਗੱਲ, ਸੋ ਫਿਰ ਉਹ ਵੰਡੀਆਂ ਸ਼ੁਰੂ ਹੋ ਜਾਂਦੀਆਂ ਨੇ। ਜੋ ਪੰਜਾਬ ਦੀ ਭੂਗੋਲਿਕ ਸਥਿਤੀ ਮਹਾਰਾਜਾ ਰਣਜੀਤ ਸਿੰਘ ਦੇ ਕੇ ਗਏ ਸੀ, ਉਹ ਪੰਜਾਬ ਦਾ ਜਿਹੜਾ ਹੈ ਇੱਕ ਬਹੁਤ ਵੱਡੀ ਰਿਆਸਤ ਤੋਂ ਸੂਬੇ ਤੋਂ ਹੁੰਦਾ ਹੋਇਆ ਇੱਕ ਸੂਬੀ ਬਣ ਕੇ ਰਹਿ ਜਾਂਦਾ ਹੈ। ਚੰਡੀਗੜ੍ਹ, ਹਰਿਆਣਾ, ਹਿਮਾਚਲ, ਇਹ ਸਾਰਾ ਕੁਛ ਖੋ ਕੇ ਇੱਕ ਲਾਚਾਰ ਜਿਹਾ ਪੰਜਾਬ ਬਣਾ ਦਿੱਤਾ ਜਾਂਦਾ ਹੈ। ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਠਦਾ ਹੈ ਸੰਨ 1966 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਹੋਣਾ ਵੱਲੋਂ, ਜੋ ਬਹੁਤ ਵੱਡੀਆਂ ਘਾਲਣਾਵਾਂ ਘਾਲੀਆਂ ਜਾਂਦੀਆਂ ਨੇ, ਉਹ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਉਹ ਸਾਰਾ ਕੁਝ ਆਪਣੀ ਨਵੀਂ ਪਨੀਰੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਸਿੱਖ ਕੌਮ ਨੂੰ, ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਉਣ ਦੇ ਵਾਸਤੇ, ਦੇਸ਼ ਦਾ ਦੂਜੇ ਨੰਬਰ ਦੇ ਨਾਗਰਿਕ ਨਹੀਂ ਬਲਕਿ ਬਰਾਬਰਤਾ ਦੀ ਗੱਲ ਕਰਾਉਣ ਦੇ ਵਾਸਤੇ, ਪੰਜਾਬ ਦੇ ਹੱਕਾਂ ਦੇ ਵਾਸਤੇ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ। ਜਾਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਉਸ ਵੇਲੇ ਵਾਪਰਦੀਆਂ ਨੇ ਤੇ ਉਹਦੇ ਵਿੱਚੋਂ ਹੀ ਫਿਰ ਇਹ ਜਿਹੜਾ ਜੂਨ 84 ਜਿਹੜਾ ਆ ਉਹ ਹਿੰਦੁਸਤਾਨ ਹਕੂਮਤ ਵੱਲੋਂ ਜੋ ਇਹ ਕਾਂਡ ਵਾਪਰਦਾ ਹੈ, ਭਾਵੇਂ ਕਿ ਅੱਜ ਬਹੁਤ ਕੁਝ ਬੇਨਕਾਬ ਹੋ ਚੁੱਕਾ ਹੈ ਕਿ ਇਕੱਲੀ ਕਾਂਗਰਸ ਜ਼ਿੰਮੇਵਾਰ ਨਹੀਂ, ਉਸ ਵੇਲੇ ਦੀ ਜਿਹੜੀ ਜਨਤਾ ਪਾਰਟੀ ਜਿਹਨੂੰ ਅਸੀਂ ਭਾਜਪਾ ਕਹਿੰਦੇ ਆ, ਕੇ ਲੜਵਾਣੀ ਆਪਣੀ ਕਿਤਾਬ ਵਿੱਚ ਉਹਨੇ ਖੁਦ ਜ਼ਿਕਰ ਕੀਤਾ ਹੈ ਮਾਈ ਲਾਈਫ ਮਾਈ ਕੰਟਰੀ ਦੇ ਵਿੱਚ। ਖੈਰ, ਅਸੀਂ ਉਹਨਾਂ ਵਾਲੇ ਪਾਸੇ ਨਾ ਜਾਈਏ। ਹੁਣ ਜਿਹੜੀ ਸੀ ਗੱਲ ਆਪਾਂ ਸਰਦਾਰ ਸਤਨਾਮ ਸਿੰਘ ਜੀ ਹੁਣ ਨਾਲ ਕਰਾਂਗੇ, ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਰਦਾਰ ਸਾਹਿਬ ਆਪ ਸ਼੍ਰੀ ਦਰਬਾਰ ਸਾਹਿਬ ਪਰਸਪਰ ਦੇ ਵਿੱਚ ਕੰਪਲੈਕਸ ਵਿੱਚ ਆਪ ਅੰਦਰ ਸਨ, ਅੱਖੀ ਸਾਰਾ ਕੁਝ ਵੇਖ ਰਹੇ ਸਨ। ਸੋ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ, ਜਿਹੜਾ 1 ਜੂਨ ਤੋਂ, ਜਿਵੇਂ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਕਿਤਾਬਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਵੀ 1 ਜੂਨ ਤੋਂ ਜਿਹੜੀ ਇਹ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ, ਕਿ ਇਹ ਜਦੋਂ ਗੋਲੀਬਾਰੀ ਸ਼ੁਰੂ ਹੁੰਦੀ ਹੈ, ਤੁਸੀਂ ਜਿਵੇਂ ਆਪ ਅੰਦਰ ਸੀ ਉਸ ਵੇਲੇ, ਕਿ ਕੋਈ ਜਿੱਦਾਂ ਹੁੰਦਾ ਨਾ ਵੀ ਆਪਾਂ ਕਿਤੇ ਵੀ ਹਮਲਾ ਹੁੰਦਾ ਹੈ ਤਾਂ ਇੱਕ ਪਾਲਿਸੀ ਹੁੰਦੀ ਹੈ ਵੀ ਪਹਿਲਾਂ ਇੱਕ ਵਾਰੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਵੀ ਜੇਕਰ ਉਹ ਆਪਣੇ ਆਪ ਆਤਮ ਸਮਰਪਣ ਕਰਨਾ ਚਾਹੁੰਦੇ ਨੇ ਜਾਂ ਜਿਹੜੀ ਸਿੱਖ ਸੰਗਤ ਵੱਡੇ ਪੱਧਰ 'ਤੇ ਸੀ ਉਹ ਬਾਹਰ ਆ ਸਕਦੀ, ਕੋਈ ਅਨਾਊਂਸਮੈਂਟ ਕੀਤੀ ਗਈ ਜਾਂ ਡਾਇਰੈਕਟ ਜਿਹੜੀ ਹੈ ਗੋਲੀਬਾਰੀ ਸ਼ੁਰੂ ਕਰਕੇ ਪਹਿਲ ਹਿੰਦੁਸਤਾਨ ਹਕੂਮਤ ਵੱਲੋਂ ਕੀਤੀ ਗਈ ਸੀ? ਇਹ ਭਾਈ ਸਾਹਿਬ ਜਦੋਂ ਪਹਿਲ ਤੇ ਵੈਸੇ ਹਿੰਦੁਸਤਾਨ ਦੀ ਹਕੂਮਤ ਨੇ ਕੀਤੀ ਆ, ਪਹਿਲੋਂ CRP ਲਾਈ ਸੀ। CRP ਪਹਿਲਾਂ ਪੰਜਾਬ ਪੁਲਿਸ ਵਿੱਚ, CRP ਤੋਂ ਬਾਅਦ ਫੌਜ ਲਾਉਣੀ, ਇਹ ਇੱਕ ਸਰਕਾਰ ਦੀ ਨਲਾਇਕੀ ਜਾਂ ਘਟੀਆ ਸੋਚ ਸੀ। ਇੱਕ ਸ਼ੇਰ ਨੂੰ ਫੜਨ ਵਾਸਤੇ ਜਿਸ ਤਰ੍ਹਾਂ ਜੰਗਲ ਨੂੰ ਘੇਰਾ ਪਾਇਆ ਜਾਂਦਾ, ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸਾਰੇ ਨੂੰ ਘੇਰਾ ਪਾਉਣਾ, ਚਾਹੇ ਗੋਲੀ ਚਲਾਉਣੀ। ਸਿੰਘਾਂ ਦੀਆਂ ਇਹ ਮੋਰਚੇ ਜਿੱਥੇ ਲਾਏ ਸੀ, ਚਾਹੇ ਦਰਬਾਰ ਨੂੰ ਬਚਾਉਣ ਵਾਸਤੇ ਸਾਡਾ ਇਸ਼ਟ ਸੀ, ਸਾਡਾ ਜਿੰਦ ਜਾਨ ਸੀ, ਅਸੀਂ ਉਹਦੇ ਵਾਸਤੇ ਪਹਿਲੋਂ ਤੋਂ ਵੀ ਘੁੰਮਤਾ। ਤੁਹਾਨੂੰ ਪਤਾ ਬਾਬੇ ਦੀਪ ਸਿੰਘ ਵਾਰੀ ਵੀ, ਬਾਬੇ ਦੀਪ ਸਿੰਘ ਲੀਕ ਮਾਰੀ ਸੀ, ਉਦੋਂ ਆਏ ਸੀ ਇੱਥੇ, ਆਪਣੀਆਂ ਜਾਨਾਂ ਉਹਨਾਂ ਨੇ ਸਾਬਰ ਕੀਤੀਆਂ ਸੀ ਸਿਰਫ ਯਾਦ ਕਰਾਉਣ ਨੂੰ, ਤੇ ਸਾਡੇ ਧਰਮ ਨੂੰ ਖਤਰਾ ਸੀ। ਉਹਦੇ ਵਿੱਚ ਸੰਤ ਜਰਨੈਲ ਸਿੰਘ ਮਹਾਂਪੁਰਸ਼ ਅੰਦਰ ਸਨ, ਉਹਨਾਂ ਦੇ ਨਾਲ ਮਰਜੀੜੇ ਜਿਹੜੇ ਯੋਧੇ ਸਨ ਉਹਨਾਂ ਦੇ ਨਾਲ ਸਨ। ਜਦੋਂ ਸਰਕਾਰਾਂ ਨੇ ਬਾਹਰੋਂ ਗੋਲੀਆਂ ਚਲਾ ਕੇ ਵੇਖਣਾ ਚਾਹਿਆ ਵੀ ਇਹਨਾਂ ਦੇ ਕਿੱਥੇ ਕਿੱਥੇ ਮੋਰਚੇ ਨੇ, ਕਿੱਦਾਂ ਵਾ, ਪਰ ਗਾੜੀ ਵੀ ਯੋਧੇ ਬੜੇ ਤਕੜੇ ਵਿਦਵਾਨ ਸਨ, ਜਿਨ੍ਹਾਂ ਵਿੱਚ ਜਨਰਲ ਸਵੇਗ ਸਿੰਘ ਵਰਗੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਵਰਗੇ, ਜਨਰਲ ਬਾਬਾ ਠਾਰਾ ਸਿੰਘ ਵਰਗੇ, ਹੋਰ ਜਿਹੜੇ ਬਾਬੇ ਜਿਸ ਤਰ੍ਹਾਂ ਸੁਖਦੇਵ ਸਿੰਘ, ਜਿਹਨੂੰ ਬਾਬਾ ਲਾਭ ਸਿੰਘ, ਜਨਰਲ ਲਾਭ ਸਿੰਘ ਵੀ ਕਿਹਾ ਜਾਂਦਾ ਵਾ, ਉਹਨਾਂ ਵਰਗੇ ਯੋਧੇ ਸਨ। ਉਹਨਾਂ ਨੇ ਵੀ ਇਹਨਾਂ ਦੀ ਤਕਨੀਕ ਨੂੰ ਜਿਸ ਤਰ੍ਹਾਂ ਇਹਨਾਂ ਨੇ ਚਾਹਿਆ ਉਸੇ ਤਰ੍ਹਾਂ ਹੀ ਜਵਾਬ ਦਿੱਤਾ।
ਜਿੰਨਾ ਇਹ ਵਾਧਾ ਇਹ ਕਰਦੇ ਸੀ, ਇਹਨਾਂ ਵਾਧੇ ਦਾ ਜਵਾਬ ਜਿਹੜਾ ਇੱਟ ਦਾ ਜਵਾਬ, ਜਿਹੜਾ ਪੱਥਰ ਤੇ ਦੇਣ ਵਾਲੀ ਗੱਲ, ਵੀ ਇਹਨਾਂ ਨੂੰ ਜਵਾਬ ਬਰਾਬਰ ਤਾਂ ਦਿੰਦੇ ਰਹੇ ਨੇ, ਜਿੱਦਾਂ ਜਿੱਦਾਂ ਇਹਨਾਂ ਨੇ ਚਾਹੇ ਵੇਖਣਾ, ਚਾਹੇ ਵੀ ਕਿੱਥੇ ਮੋਰਚੇ ਆ ਕਿਵੇਂ ਆ, ਪਰ ਇਹਨਾਂ ਨੂੰ ਖੀਰ ਤੱਕ ਭਾਜੜ ਪਾਸੜੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ। ਸੰਤ ਜਰਨੈਲ ਸਿੰਘ ਦੇ ਚਾਹੇ ਯੋਧਿਆਂ ਨੇ ਇਹੋ ਜਿਹਾ ਇਹਨਾਂ ਨੂੰ ਚਨੇ ਚ ਪਾਏ ਨੇ ਵੀ ਜਿਹੜਾ ਇਹਨਾਂ ਦੀ ਹੋਸ਼ ਭੁੱਲੀ ਰਹੀ ਹੈ ਜੀ। ਤੁਹਾਡੀ ਉਸ ਵੇਲੇ ਜਿਹੜੀ ਡਿਊਟੀ ਕਿੱਥੇ ਹੈਗੀ ਸੀ, ਜੇ ਤੁਸੀਂ ਉਸ ਵੇਲੇ ਦਰਬਾਰ ਸਾਹਿਬ ਪਰਸਪਰ ਦੇ ਵਿੱਚ ਕਿਹੜੇ ਪਾਸੇ ਤੁਸੀਂ ਉਸ ਵੇਲੇ ਸੀਗੇ? ਅਸੀਂ ਜੀ ਲੰਗਰ ਦੇ ਇਸ ਬੰਨੇ ਇੱਕ ਸਿੰਧੀ ਹੋਟਲ ਹੁੰਦਾ ਸੀ, ਜਿਹਦੇ ਵਿੱਚ ਭਾਈ ਸੁਰਿੰਦਰਪਾਲ ਸਿੰਘ ਸੋਢੀ ਨੂੰ ਗੋਲੀ ਲੱਗੀ ਸੀ ਪਹਿਲੋਂ, ਉਹਨਾਂ ਨੂੰ ਸ਼ਹੀਦ ਕੀਤਾ ਸੀ। ਸੰਤ ਜਰਨੈਲ ਸਿੰਘ ਦੀ ਇੱਕ ਬਾਂਹ ਖੰਝੀ ਜਾਂਦੀ ਸੀ ਤੇ ਜਿਹੜੇ ਦੁਸ਼ਮਣਾਂ ਨੇ ਉਹਦੀ ਬਾਂਹ ਲਾਉਣ ਦੀ ਕੋਸ਼ਿਸ਼ ਕੀਤੀ, ਮਹਾਂਪੁਰਸ਼ਾਂ ਕਿਹਾ ਵੀ ਮੇਰੀ ਸੱਜੀ ਬਾਂਹ ਲਾਤੀ ਆ, ਉੱਥੇ ਸੋਢੀ ਨੂੰ ਗੋਲੀ ਲੱਗੀ ਸੀ। ਉਸੇ ਜਗ੍ਹਾ ਦੇ ਉੱਤੇ ਸਾਡਾ ਮੋਰਚਾ ਸੀ। ਕੁਝ ਬਾਬੇ ਦੀਪ ਸਿੰਘ ਦੇ ਪਿੰਡ ਪੌਵੇਂ ਤੋਂ ਸਿੰਘ ਆਏ ਸਨ, ਇੱਕ ਦਾਸ ਦੇ ਪਿੰਡ ਦਾ ਸੀ ਸ਼ਮਸ਼ੇਰ ਸਿੰਘ ਸ਼ੇਰੀ ਸਰਵਾਲੀ ਤੋਂ, ਤੇ ਮੇਰੇ ਨਾਲ ਜਲਾਲਾਬਾਦ ਦੇ ਸਿੰਘ ਸੀ ਦਾਸ। ਇਹ ਅਸੀਂ ਸਿੰਧੀ ਹੋਟਲ ਦੇ ਉੱਪਰਲੇ ਬੰਨੇ ਸਾਡੀ ਦਾਸ ਦੀ ਡਿਊਟੀ ਲਾਈ ਸਿੰਘਾਂ ਦੇ ਨਾਲ ਵੀ ਇੱਥੇ ਤੁਹਾਡੀ ਡਿਊਟੀ ਆ, ਤੁਸੀਂ ਇੱਧਰੋਂ ਮੋਰਚਾ ਸੰਭਾਲਤਾ। ਜੀ ਜੀ ਬਿਲਕੁਲ। ਇਹ ਜਿਹੜੀ ਆਮ ਸੰਗਤ ਸੀਗੀ, ਕਿਉਂਕਿ ਉਹਨਾਂ ਦਿਨਾਂ ਵਿੱਚ ਪੰਜਮ ਪਿਤਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਸੀਗੇ, ਆਮ ਸੰਗਤ ਦੀ ਜਿਹੜੀ ਮਾਨਸਿਕਤਾ ਕਿੱਦਾਂ ਦੀ ਸੀ? ਉਹਨਾਂ ਅੰਦਰ ਇੱਕ ਡਰ ਪੈਦਾ ਹੋ ਗਿਆ ਸੀ, ਉਹ ਵੀ ਤੁਹਾਡੇ ਨਾਲ ਸ਼ਾਮਲ ਹੋ ਗਏ ਸਨ, ਜੋ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿੱਥੇ ਜਿੱਥੇ ਸਨ ਉੱਥੇ ਉੱਥੇ ਬੈਠੇ ਰਹੇ? ਨਹੀਂ, ਬਹੁਤੇ ਜਿਹੜੇ ਆਏ ਸੀ ਪਿੰਡਾਂ ਤੋਂ ਉੱਠ ਕੇ ਆਏ ਸਨ, ਉਹ ਤੇ ਆਏ ਸੀ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ। ਉਹਨਾਂ ਨੂੰ ਇਹਨਾਂ ਨਹੀਂ ਸੀ ਪਤਾ, ਇਹਨਾਂ ਤੇ ਸਾਨੂੰ ਖੁਦ ਨੂੰ ਨਹੀਂ ਪਤਾ। ਮਹਾਂਪੁਰਸ਼ ਵੀ ਚਾਹੁੰਦੇ ਸੀ ਵੀ ਸਾਡੇ ਦਰਬਾਰ ਤੇ ਹਮਲਾ ਨਹੀਂ ਕਰੂਗੀ, ਕਿਉਂਕਿ ਕਿਸੇ ਵੀ ਸਰਕਾਰਾਂ ਦੇ ਵਿੱਚ ਇੱਕ ਇਸ਼ਟ ਦੇ ਵਿੱਚ ਇਹਨਾਂ ਦੇ ਸਿਧਾਂਤ ਦੇ ਵਿੱਚ ਲਿਖਿਆ ਹੁੰਦਾ ਕਿਸੇ ਮਸਜਿਦ ਜਾਂ ਮੰਦਿਰ ਦੇ ਉੱਤੇ, ਕਿਸੇ ਗੁਰਦੁਆਰਾ ਸਾਹਿਬ ਤੇ ਨਹੀਂ ਹਮਲਾ ਕੀਤਾ ਜਾਏਗਾ। ਇਹ ਦੂਜੇ ਵੀ ਧਰਮ ਦੇ, ਜਿਸ ਤਰ੍ਹਾਂ ਪਾਕਿਸਤਾਨ ਜਾਂ ਦੂਜੇ ਦੇਸ਼ਾਂ ਦੇ ਵੀ ਇੱਕ ਦੂਜੇ ਦੇ ਦੇਸ਼ ਦੇ ਉੱਤੇ ਇਹਨਾਂ ਤੇ ਨਹੀਂ ਹਮਲਾ ਕਰਦੇ। ਸਾਨੂੰ ਵੀ ਆਸ ਹੈ ਵੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਨਗੇ, ਵੀ ਫੌਜਾਂ ਨਹੀਂ ਚੜਾਉਣਗੇ, ਕਿਉਂਕਿ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਸਾਡੇ ਪਰਿਵਾਰ ਦੀਆਂ ਕੁਰਬਾਨੀਆਂ ਜ਼ਿਆਦੀਆਂ ਨੇ, ਸਾਡੇ ਧਰਮ ਦੀਆਂ, ਸਾਡੇ ਜਿਹੜੇ ਗੁਰਸਿੱਖ ਸੀ ਉਹਨਾਂ ਕੁਰਬਾਨੀਆਂ ਜ਼ਿਆਦੀਆਂ ਕੀਤੀਆਂ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ। ਹੁਣ ਜਿਸ ਤਰ੍ਹਾਂ ਲੋਕ ਬਹੁਤੇ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਖਾਸ ਤਾਂ ਮੰਗਦਾ ਸੀ, ਪਰ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਨਾਲ ਰਿਹਾ ਵਾ, ਦਾਸ ਉਹਨਾਂ ਨਾਲ ਬੜੇ ਚਿਰ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਗੋਦ ਦਾ ਨਿੱਘ ਮਾਣਿਆ। ਪਰ ਮੈਂ ਵੇਖਿਆ ਸੰਤ ਜਰਨੈਲ ਸਿੰਘ ਮਹਾਂਪੁਰਸ਼ ਕਹਿੰਦੇ ਦੇ ਵੀ ਅਸੀਂ ਇਸ ਦੇਸ਼ ਨੂੰ ਯਾਦ ਕਰਾਇਆ ਗਾ, ਇਸ ਦੇਸ਼ ਦੇ ਵਿੱਚ ਅਸੀਂ ਆਜ਼ਾਦੀ ਦਾ ਨਿੱਘ ਮਾਣਨਾ ਚਾਹੁੰਦੇ ਹਾਂ, ਪਰ ਇਹ ਸਰਕਾਰਾਂ ਸਾਨੂੰ ਵਾਅਦੇ ਕਰਕੇ ਭਜਦੀਆਂ ਰਹੀਆਂ ਨੇ, ਇਹਨਾਂ ਨੇ ਸਾਨੂੰ ਨਹੀਂ ਦਿੱਤਾ ਨਿੱਘ, ਸਾਨੂੰ ਨਹੀਂ ਇੱਕ ਆਜ਼ਾਦੀ ਦਾ ਨਿੱਘ ਮਾਣ ਸਕੇ। ਅਸੀਂ ਅੱਜ ਵੀ ਗੁਲਾਮ ਹਾਂ ਤੇ ਅਸੀਂ ਹੁਣ ਵੀ ਸਮਝਦੇ ਹਾਂ ਗੁਲਾਮ ਆ, ਪਰ ਉਹਨਾਂ ਨੇ ਸਾਨੂੰ ਇਹੋ ਜਿਹਾ ਨਹੀਂ ਸੁੱਖ ਦਿੱਤਾ। ਪਰ ਜੇ ਇਹ ਸਾਨੂੰ ਦੇਣਗੇ ਖਾਸਤਾਨ, ਜੇ ਸਾਨੂੰ ਘਰ ਬਿਲਕੁਲ ਵੱਖਰਾ ਦੇਣਾ ਚਾਹੁੰਦੇ, ਸਾਨੂੰ ਅੱਡ ਕਰਨਾ ਚਾਹੁੰਦੇ, ਲੈ ਲਾਂਗੇ, ਚਾਹ ਨਾਲ ਲੈ ਲਾਂਗੇ, ਪਰ ਅਸੀਂ ਇਸ ਦੇਸ਼ ਦੇ ਵਿੱਚ ਰਹਿ ਕੇ ਆਜ਼ਾਦੀ ਲੈਣੀ ਚਾਹੁੰਦੇ ਹਾਂ। ਪਰ ਉਹ ਤੁਹਾਨੂੰ ਪਤਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਜਾਂ ਗੰਗੂ ਨੇ ਜੋ ਵਾਅਦੇ ਕਰਕੇ ਸਾਡੇ ਨਾਲ ਭੱਜੀਆਂ ਸਰਕਾਰਾਂ ਭੱਜੀਆਂ ਨੇ, ਜੋ ਜੋ ਕੀਤਾ ਆਪ ਜੀ ਨੂੰ ਪਤਾ, ਆਪ ਜੀ ਦੇ ਸਾਹਮਣੇ ਆ। ਆਨੰਦਪੁਰ ਦਾ ਮਤਾ ਸੀ ਉਹ ਵੀ ਨਹੀਂ ਲਾਗੂ ਹੋਇਆ, ਜਿਹੜੇ ਪਾਣੀਆਂ ਦੀ ਵੰਡ ਜੋ ਵੀ ਹੋਇਆ ਵਾ, ਇਹਨਾਂ ਨੇ ਅੱਜ ਤੱਕ ਸਾਡੇ ਪੂਰੇ ਨਹੀਂ ਉਤਰੇ। ਸਾਡੀਆਂ ਪਤਾ ਨਹੀਂ ਕਿੰਨੀਆਂ ਕਈ ਦੇ ਵਾਸਤੇ ਕੁਰਬਾਨੀਆਂ, ਪਹਿਲੋਂ ਦੇਸ਼ ਨੂੰ ਯਾਦ ਕਰਾਉਣ ਵਾਸਤੇ, ਬਾਅਦ ਵਿੱਚ ਵੀ ਸਾਡੀਆਂ ਕੁਰਬਾਨੀਆਂ ਹੋਈਆਂ, ਪਰ ਸਾਨੂੰ ਅੱਜ ਤੱਕ ਨਿਆਂ ਨਹੀਂ ਗਾ ਮਿਲਿਆ ਜੀ। ਬਿਲਕੁਲ। ਅਕਾਲ ਸਾਹਿਬ, ਇੱਕ ਹੋਰ ਜਿਹੜਾ ਸਵਾਲ ਬੜਾ ਉੱਭਰ ਕੇ ਸਾਹਮਣੇ ਆਉਂਦਾ ਹੈ ਵੀ ਉਹ ਸਨ ਜੂਨ 84 ਦੀ ਗੱਲ ਕਰਦੇ ਆ, ਬਹੁਤ ਵੱਡੇ ਪੱਧਰ ਉੱਤੇ CRPF ਲੱਗ ਜਾਂਦੀ ਹੈ, ਫੌਜ ਆ ਜਾਂਦੀ ਹੈ, ਪੁਲਿਸ ਪਹਿਰਾ ਜਿਹੜਾ ਪੂਰੇ ਸ਼ਹਿਰ ਨੂੰ ਕਾਬੂ ਵਿੱਚ ਕਰ ਲੈਂਦਾ ਆ, ਔਰ 36 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ। ਤੇ ਕਿਉਂਕਿ ਅਸੀਂ ਤਾਂ ਚਲੋ ਬਹੁਤ ਛੋਟੀ ਉਮਰ ਹੈ, ਉਦੋਂ ਅਸੀਂ ਜੰਮੇ ਵੀ ਨਹੀਂ ਸੀ, ਪਰ ਜੇ ਅਸੀਂ ਪਿਛਲੇ 10 ਸਾਲ ਤੋਂ ਜੇ ਅਸੀਂ ਵੇਖੀਏ ਵੀ ਲਗਾਤਾਰ 10-15 ਸਾਲ ਤੋਂ ਜਿਉਂ ਦੀ ਸਾਨੂੰ ਸਮਝ ਹੈ ਜਾਂ ਹੋਸ਼ ਆਈ ਹੈ, ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਤੇ ਪੂਰਾ ਅੰਮ੍ਰਿਤਸਰ ਸ਼ਹਿਰ ਜਿਹੜਾ ਇੱਕ ਪੁਲਿਸ ਕਿਲੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਹ ਇੱਦਾਂ ਇਹ ਜਿਹੜੀ ਸਰਕਾਰ ਦੀ ਕੀ ਪਾਲਿਸੀ ਹੋ ਸਕਦੀ ਇਹਦੇ ਵਿੱਚ, ਜਾਂ ਕੀ ਉਹ ਸ਼ਰਾਰਤ ਹੈ, ਜਾਂ ਕਿਉਂ ਹਊਆ ਬਣਾਉਣਾ ਚਾਹੁੰਦੇ ਨੇ, ਕਿਉਂ ਇੱਕ ਦਹਿਸ਼ਤ ਜਿਹੜੀ ਹੈ ਉਹ ਅੱਜ ਵੀ ਨੌਜਵਾਨ ਬੱਚਿਆਂ ਦੇ ਵਿੱਚ ਨਵੀਂ ਪਨੀਰੀ ਦੇ ਵਿੱਚ ਉਹ ਪਾਉਣੀ ਚਾਹੁੰਦੇ ਨੇ? ਔਰ ਉਹਦੇ ਬਾਵਜੂਦ ਅਸੀਂ ਇਹ ਵੀ ਦੇਖਦੇ ਹਾਂ ਵੀ ਜਿਹੜੀ ਨਵੀਂ ਪਨੀਰੀ ਜਿਹੜੀ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ 20 ਸਾਲ ਬਾਅਦ ਜੰਮੇ, ਜਿਹੜੇ ਉਮਰ ਹੀ 15, 18, 20, 22 ਸਾਲ ਹੈ, ਉਹਨਾਂ ਦਾ ਪਿਆਰ ਜਿਹੜੇ ਇਤਿਹਾਸ ਬਾਰੇ ਜਾਣਦੇ ਵੀ ਨਹੀਂ ਆ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਫੋਟੋ ਹੈਗੀ ਹੈ। ਪਰ ਸਵਾਲ ਇਹ ਆ ਕਿ ਇਹ ਜਿਹੜਾ ਇੱਕ ਹਊਆ ਕਿਉਂ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ? ਇਹ ਵਾਹਿਗੁਰੂ ਜੀ ਆਪ ਜੀ ਨੂੰ ਪਤਾ ਹੈ। ਸੰਤ ਜਰਨੈਲ ਸਿੰਘ ਇਹੋ ਜਿਹੀ ਇੱਕ ਸਿਹੀਅਤ ਸਨ, ਇਹੋ ਜਿਹੇ ਯੋਧੇ ਸਨ ਵੀ ਉਹਨਾਂ ਦੀ ਸੋਚ ਬੜੀ ਦੂਰ ਦੀ ਸੀ। ਉਹਨਾਂ ਦੀ ਸੋਚ ਨੂੰ ਇਹਨਾਂ ਖਤਮ ਕਰਨ ਵਾਸਤੇ ਤੁਹਾਨੂੰ ਪਤਾ ਵੀ ਦਰਬਾਰ ਸਾਹਿਬ ਹਮਲਾ ਕੀਤਾ, ਜੋ ਵੀ ਕੀਤਾ। ਅੱਜ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸੰਤ ਜਰਨੈਲ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ, ਉਹ ਜਿਉਂਦੇ ਜਾਗਦੇ ਨੇ, ਉਹਨਾਂ ਦੀ ਵਿਚਾਰ, ਉਹਨਾਂ ਦੀ ਸੋਚ ਆ। ਆਪ ਜੀ ਨੂੰ ਪਤਾ ਜਦੋਂ ਦਰਬਾਰ ਸਾਹਿਬ ਦੇ ਹਮਲੇ ਹੋਣ ਦੇ ਨਾਲ ਨਾਲ ਇਹਨਾਂ ਨੇ 36 ਗੁਰਦੁਆਰਿਆਂ ਤੇ ਹਮਲਾ ਕੀਤਾ ਸੀ। ਇਹ ਕਹਿੰਦੇ ਸੰਤ ਜਰਨੈਲ ਸਿੰਘ ਵੀ ਇੱਥੇ ਤਾਂ ਕਰਕੇ ਕੀਤਾ, ਪਰ ਨਹੀਂ, ਇਹਨਾਂ ਨੇ ਸਾਡੇ ਗੁਰਦੁਆਰਿਆਂ ਤੇ ਹਮਲਾ ਕਰਕੇ ਸਾਨੂੰ ਇਹ ਅਹਿਸਾਸ ਕਰਾਇਆ ਵੀ ਤੁਸੀਂ ਸਾਡੇ ਦੇਸ਼ ਦੇ ਨਹੀਂ ਜੋ, ਤੁਸੀਂ ਸਾਡੇ ਸਿੱਖ ਨਹੀਂ ਜੋ, ਤੁਸੀਂ ਇੰਡੀਆ ਦੇ ਨਹੀਂ ਜੋ,
ਤੁਸੀਂ ਭਾਰਤ ਦੇ ਨਹੀਂ ਜੋ ਤੁਹਾਡੇ ਨਾਲ ਇੱਕ ਮਾੜਾ ਵਿਹਾਰ ਕੀਤਾ ਗਿਆ। ਉਹਦੇ ਨਾਲ ਹੁਣ ਵੀ ਵੇਖੀਏ ਬਾਅਦ ਵਿੱਚ ਜਦੋਂ ਅਟੈਕ ਹੋਇਆ, ਅਟੈਕ ਤੋਂ ਬਾਅਦ ਵਿੱਚ ਜਿੰਨੀ ਨੌਜਵਾਨੀ ਸਾਡੀ ਖਤਮ ਕਰਤੀ ਇਹਨਾਂ ਨੇ। ਜਿੰਨਾ ਨੌਜਵਾਨ ਸੀ ਉਹਨਾਂ ਨੂੰ ਅੱਤਵਾਦ ਕਹਿ ਕੇ, ਅੱਤਵਾਦੀ ਕਦੀ ਵੀ ਕਿਸੇ ਮਾਂ ਦੇ ਪੇਟੋਂ ਜਨਮ ਨਹੀਂ ਗਾ ਲੈਂਦਾ, ਅੱਤਵਾਦ ਬਣਾਈ ਜਾਂਦੇ ਨੇ। ਅੱਤਵਾਦੀ ਇਹਨਾਂ ਦਾ ਲਫ਼ਜ਼ ਦਿੱਤਾ ਹੋਇਆ, ਪਰ ਉਹ ਯੋਧੇ ਸਨ। ਉਹਨਾਂ ਸੰਤਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਤੇ ਉਹਨਾਂ ਨੂੰ ਖਤਮ ਕੀਤਾ। ਤੁਹਾਨੂੰ ਪਤਾ 8 ਵਜੇ ਤੋਂ ਬਾਅਦ ਵਿੱਚ ਪਿੰਡਾਂ ਦੇ ਵਿੱਚ ਕਦੇ ਰਾਤ ਨੂੰ ਇਹੋ ਜਿਹਾ ਟਾਈਮ ਆ ਜਾਂਦਾ ਕੋਈ ਬਾਹਰ ਨਹੀਂ ਨਿਕਲਦਾ। ਜਿਹੜਾ ਨਿਕਲਦਾ ਸੀ ਉਹ ਇਹ ਗੱਲ ਕਹਿੰਦਾ ਹੁੰਦਾ ਸੀ, ਪਤਾ ਨਹੀਂ ਮਾਂ ਪਿਓ ਕਹਿੰਦੇ ਘਰ ਵਾਪਸ ਆਉਣਾ ਕਿ ਨਹੀਂ ਆਉਣਾ। ਇਹੋ ਜਿਹੀ ਦਹਿਸ਼ਤ ਇਹਨਾਂ ਨੇ ਪਾਈ ਸੀ। ਅੱਜ ਵੀ ਸੰਤ ਜਰਨੈਲ ਸਿੰਘ ਦੇ ਨਾਂ ਦੇ ਉੱਤੇ ਹਵਾ ਬਣਾ ਕੇ ਸਾਨੂੰ ਇਹ ਚਾਹੁੰਦੇ ਨੇ ਕਿ ਕੋਈ ਵੀ ਕੌਮ ਜਿਹੜੀ ਉਹ ਖਤਮ ਹੋ ਜਾਂਦੀ ਜੇ ਉਹਦਾ ਇਤਿਹਾਸ ਖਤਮ ਕਰ ਦੋ। ਤੇ ਅੱਜ ਸੰਤ ਜਰਨੈਲ ਸਿੰਘ ਦਾ ਅਸੀਂ ਇਤਿਹਾਸ ਲਾਗੂ ਰੱਖਿਆ ਵਾ, ਚਾਹੇ ਅਸੀਂ ਜਾਗਦੇ ਹਾਂ। ਦਾਸ ਫੈਡਰੇਸ਼ਨ ਦੀ ਜ਼ਿੰਮੇਵਾਰੀ ਨਿਭਾਉਂਦਾ ਵਾ। ਦਮਦਮੀ ਟਕਸਾਲ ਬਾਬਾ ਰਾਮ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਜਿਸ ਤਰ੍ਹਾਂ ਸੰਗਰਾਮ ਦੇ ਵਿੱਚ ਇਹਨਾਂ ਯੋਧਿਆਂ ਸਮੁੱਚਿਆਂ ਯੋਧਿਆਂ ਦਾ ਇੱਕ ਉੱਥੇ ਟੱਕ ਲਾ ਕੇ ਪੰਜਾਂ ਪਿਆਰਿਆਂ ਦੇ ਕੋਲੋਂ ਜਿਹੜੇ ਪੰਜਾਂ ਤਖਤਾਂ ਦੇ ਸੀ ਉਹਨਾਂ ਜਹੇਦਾਰਾਂ ਨੇ ਟੱਕ ਲਾਇਆ। ਬੀਬੀ ਉਦੋਂ ਪ੍ਰਧਾਨ ਸੀ ਜੇ ਸ਼੍ਰੋਮਣੀ ਕਮੇਟੀ ਦੀ, ਉਹ ਵੀ ਗਈ ਸੀ। ਤੇ ਉਹ ਇਹ ਚਾਹੁੰਦੇ ਨੇ ਵੀ ਇਹਨਾਂ ਦਾ ਨਾਂ ਨਾ ਹੋਵੇ। ਸੰਤ ਜਰਨੈਲ ਸਿੰਘ ਤੋਂ ਇੰਨਾ ਕੁ ਡਰਦੇ ਨੇ। ਅੱਜ ਸੰਤ ਜਰਨੈਲ ਸਿੰਘ ਸ਼ਹੀਦ ਹੋ ਚੁੱਕਾ। ਇਹ ਲੋਕ ਉਹਨਾਂ ਦੀ ਫੋਟੋ ਤੋਂ ਵੀ ਡਰੀ ਜਾਂਦੇ ਨੇ, ਉਹਨਾਂ ਦੇ ਦਿਨ ਤੋਂ ਡਰੀ ਜਾਂਦੇ ਨੇ। ਇਹ ਚਾਹੁੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਕਿਤੇ ਇਹਨਾਂ ਦਾ ਦਿਨ ਨਾ ਮਨਾਇਆ ਜਾਏ। ਅਸੀਂ ਇਹ ਗੱਲ ਨੂੰ ਨਿਸ਼ਚੈ ਨਾਲ ਕਹਿੰਦੇ ਹਾਂ ਵੀ ਸੰਤ ਜਰਨੈਲ ਸਿੰਘ ਦਾ ਇੱਥੇ ਦਰਬਾਰ ਸਾਹਿਬ ਦੇ ਕੀ ਅਸੀਂ ਪਿੰਡ ਗੁਰਦੁਆਰਿਆਂ ਦੇ ਵਿੱਚ ਦਿਨ ਉਹਨਾਂ ਦੇ ਮਨਾਏ ਜਾਣਗੇ, ਘਰਾਂ ਦੇ ਵਿੱਚ ਮਨਾਏ ਜਾਣਗੇ। ਘਰ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਆ। ਕਿਸੇ ਗੱਡੀ ਦੇ ਵੇਖੋ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਆ। ਅਸੀਂ ਹਰ ਇੱਕ ਥਾਂ ਤੇ ਇਹ ਜਿੰਨਾ ਡੱਕਣਗੇ, ਇਹ ਕੌਮ ਹੈ ਅਸੀਂ ਆ। ਜਿੰਨੀ ਕੌਮ ਨੂੰ ਦਬਾਇਆ ਜਾਏ ਉਹਨੇ ਕੌਮ ਤਾਂ ਨੂੰ ਉੱਭਰਦੀ ਆ। ਕਾਲੂ ਸਾਹਿਬ ਇੱਕ ਹੋਰ ਗੱਲ ਹੈਗੀ ਹੈ ਵੀ 36 ਸਾਲ ਦਾ ਸਮਾਂ ਹੋ ਜਾਂਦਾ ਆ। 36 ਸਾਲ ਇਸ ਘੱਲੂਘਾਰੇ ਨੂੰ ਵਾਪਰੇ। ਇਨਸਾਫ ਦੀ ਗੱਲ ਕਰਦੇ ਹਾਂ, ਚਲੋ ਉਹ ਤਾਂ ਅਸੀਂ ਕਵੇਂ ਭਾਰਤੀ ਹਕੂਮਤ ਸੀਗੀ, ਸਾਨੂੰ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ। 84 ਤੋਂ ਪਹਿਲਾਂ ਵੀ ਔਰ 84 ਤੋਂ ਬਾਅਦ 84 ਦੇ ਨਾਂ ਉੱਤੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਹੋਂਦ ਵਿੱਚ ਆਈਆਂ। ਉਹਨਾਂ ਨੇ ਕੀ ਪ੍ਰਾਪਤੀ ਕੌਮ ਨੂੰ ਦਿੱਤੀ ਹੈ? ਕਿਤੇ ਨਾ ਕਿਤੇ ਉਹ ਵੀ ਇਸ ਕਰਕੇ ਜ਼ਿੰਮੇਵਾਰੀਆਂ ਦੋਸ਼ੀ ਨਹੀਂ ਬਣ ਜਾਂਦੇ? ਦੋਸ਼ੀ ਜੀ ਸਰਕਾਰ ਦੀ ਇੱਕ ਚਾਲ ਆ। ਜਿਸ ਤਰ੍ਹਾਂ ਵੇਖੋ ਦਮਦਮੀ ਟਕਸਾਲ ਸੀ, ਸੰਤ ਜਰਨੈਲ ਸਿੰਘ ਤੋਂ ਸੰਤ ਕਰਤਾਰ ਸਿੰਘ ਮਹਾਂਪੁਰਸ਼ ਬ੍ਰਹਮ ਗਿਆਨੀ ਸਨ। ਉਹਨਾਂ ਨੇ ਬੜਾ ਸੋਹਣਾ ਹਲਾਰਾ ਦਿੱਤਾ। ਬਾਅਦ ਵਿੱਚ ਸੰਤ ਜਰਨੈਲ ਸਿੰਘ ਜੀ ਆਏ ਆ, ਉਹਨਾਂ ਨੇ ਹੋਰ ਗਾਂਹ ਵਧੂ ਕਰਨ ਵਾਸਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਹੋਣਾ ਨੇ ਰਲ ਕੇ ਹਮਲਾ ਮਾਰਿਆ ਤੇ ਇੱਥੋਂ ਤੱਕ ਪਹੁੰਚਾਇਆ। ਪਰ ਸਰਕਾਰਾਂ ਸਾਡੀਆਂ ਇਹ ਚਾਹੁੰਦੀਆਂ, ਜਿਸ ਤਰ੍ਹਾਂ ਫੈਡਰੇਸ਼ਨਾਂ ਵੇਖੋ ਕਿੰਨੀਆਂ ਕਰ ਦਿੱਤੀਆਂ ਸੀ। ਇੱਕ ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੀ। ਉਹਨਾਂ ਫੈਡਰੇਸ਼ਨਾਂ ਤੋੜ ਕੇ ਸਰਕਾਰਾਂ ਨੇ ਖਰੀਦ ਕੇ ਵੱਖਰੇ ਇੱਕ ਘਰ ਤੇ ਢਾਂਚੇ ਬਣਾਤੇ। ਉਦੋਂ ਬਾਅਦ ਦਮਦਮੀ ਟਕਸਾਲ ਦੀ ਇੱਕ ਨਿਸ਼ਾਨਾ ਸੀ ਸੰਤ ਜਰਨੈਲ ਸਿੰਘ। ਬਾਅਦ ਦਮਦਮੀ ਟਕਸਾਲ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਦੀ ਆ, ਚੜ੍ਹਦੀ ਕਲਾ 'ਚ ਰਹੇਗੀ। ਇਹ ਲੋਕਾਂ ਨੂੰ ਸਿੱਧੇ ਰਸਤੇ ਪਾਏਗੀ, ਲੋਕਾਂ ਦੇ ਬੱਚਿਆਂ ਨੂੰ ਚੰਗਾ ਸਿਧਾਂਤ ਦੇਵੇਗੀ, ਚੰਗਾ ਅਸੂਲ ਦੇਵੇਗੀ। ਤੇ ਉਸ ਟਕਸਾਲ ਨੂੰ, ਦਮਦਮੀ ਟਕਸਾਲ ਨੂੰ ਉੱਥੇ ਮਹਿਤਾ ਸਾਹਿਬ ਦੇ ਵਿੱਚ ਵੇਖੋ ਵੰਡ ਵੰਡਾਈ ਕਰਕੇ ਉੱਥੇ ਸਰਕਾਰਾਂ ਦਾ ਗਲਬਾ ਹੋ ਗਿਆ। ਜਿਹੜੇ ਲੋਕਾਂ ਦੀ ਸੋਚ ਹੀ ਸੰਤ ਜਰਨੈਲ ਸਿੰਘ ਦੇ ਨਾਲ ਜੁੜਾਂਗੇ, ਚਾਹੇ ਉਹਦੇ ਟਕਸਾਲ ਦੇ ਨਾਲ ਜੁੜਾਂਗੇ, ਅੱਜ ਉੱਥੇ ਜਿਹੜੇ ਉਹ ਕੰਮ ਹੋ ਰਹੇ ਨੇ ਜਿਹੜੇ ਨਹੀਂ ਸੀ ਹੋਣੇ ਚਾਹੀਦੇ। ਜਿਹੜੀਆਂ ਸਰਕਾਰਾਂ ਚਾਹੁੰਦੀਆਂ ਉਹ ਕੰਮ ਅੱਜ ਉੱਥੇ ਹੋ ਰਹੇ ਨੇ। ਇਹ ਇੱਕ ਜਥੇਬੰਦੀਆਂ ਵੱਖਰੀਆਂ ਬਣਨੇ, ਢਾਂਚੇ ਬਣਨੇ, ਇਹ ਸਰਕਾਰਾਂ ਦੀ ਚਾਲ ਸੀ। ਉਹ ਚਾਲ ਦੇ ਵਿੱਚ ਭਾਵੇਂ ਕਾਮਯਾਬ ਹੋ ਗਏ ਨੇ। ਸਾਨੂੰ ਉਹਨਾਂ ਨੇ ਵੱਖਰਾ ਖੇਰੂ ਕਰ ਦਿੱਤਾ, ਪਰ ਇਹ ਸਿਧਾਂਤ ਨਹੀਂ ਮਾਰ ਸਕਦੇ। ਸੰਤ ਜਰਨੈਲ ਸਿੰਘ ਸੋਚ ਨੂੰ ਨਹੀਂ ਮਾਰ ਸਕਦੇ, ਨਾ ਮਰੇਗੀ ਨਾ ਇਹ ਮਰਨੀ ਆ। ਕਿਉਂਕਿ ਇੱਕ ਬੜਾ ਜ਼ਰੂਰੀ ਹੁੰਦਾ ਹੈ ਵੀ ਅਸੀਂ ਆਪਣੇ ਵਿਰਸੇ, ਵਿਰਾਸਤ, ਸੱਭਿਆਚਾਰ ਦੇ ਨਾਲ ਜੁੜੇ ਰਹੀਏ। ਬਹੁਤ ਸਾਰੇ ਐਸੇ ਸਿੱਖ ਪਰਿਵਾਰ ਹੈਗੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿੱਖੀ ਜੀਵਨ ਨੂੰ ਸਮਰਪਿਤ ਕੀਤਾ ਹੋਇਆ ਹੈ। ਉੱਥੇ ਜੇਕਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ ਜਾਂ ਵਿਦੇਸ਼ਾਂ ਵਿੱਚ ਗੱਲ ਕਰਦੇ ਹਾਂ, ਬਹੁਤ ਸਾਰੇ ਐਸੇ ਸਾਡੇ ਸਿੱਖ ਪਰਿਵਾਰ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਹੈਗੇ ਨੇ। ਜਦੋਂ ਕਈ ਵਾਰੀ ਰਾਬਤਾ ਹੁੰਦਾ ਹੈ ਤਾਂ ਉਹਨਾਂ ਦੀ ਇੱਕ ਖਿੱਚ ਹੁੰਦੀ ਹੈ ਪੰਜਾਬ ਦੇ ਨਾਲ, ਪੰਜਾਬ ਦੀ ਮਿੱਟੀ ਦੇ ਨਾਲ। ਉਹਨਾਂ ਦੀ ਰੂਹ ਜਿਹੜੀ ਹੈ ਪੰਜਾਬ ਦੇ ਵਿੱਚ ਵਿਚਰਦੀ ਰਹਿੰਦੀ ਹੈ। ਉਹ ਹਰ ਪਲ ਪੰਜਾਬ ਤੋਂ ਆਉਣ ਵਾਲੀ ਖਬਰ ਨੂੰ ਸੁਣਨਾ ਚਾਹੁੰਦੇ ਨੇ, ਵੇਖਣਾ ਚਾਹੁੰਦੇ ਨੇ ਵੀ ਕੀ ਹੋ ਰਿਹਾ ਹੈ। ਉਸ ਤੋਂ ਬਾਅਦ ਜੇਕਰ ਅਸੀਂ 2000 ਤੋਂ ਬਾਅਦ ਜੰਮੇ ਹੋਏ ਬੱਚਿਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੀ ਉਮਰ 17, 18, 19, 20 ਤੋਂ ਲੈ ਕੇ 22 ਸਾਲ ਤੱਕ ਦੀ ਉਮਰ ਹੈਗੀ ਹੈ, ਜਿਹੜੇ ਪੜ੍ਹਾਈ ਵਾਸਤੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਉਹ ਤਾਂ ਮੁੜ ਕੇ ਵਾਪਸ ਨਹੀਂ ਆਉਣਗੇ। ਸ਼ਾਇਦ ਇੱਕ ਬਹੁਤ ਵੱਡੀ ਇੱਕ ਨਿਰਾਸ਼ਾ ਵਾਲੀ ਗੱਲ ਹੋਵੇਗੀ ਵੀ ਜਿਹੜੇ ਪਹਿਲਾਂ ਗਏ ਨੇ ਉਹਨਾਂ ਦਾ ਮੋਹ ਹੈ ਪੰਜਾਬ ਦੇ ਨਾਲ, ਪਰ ਜਿਹੜੇ ਹੁਣ ਜਾ ਰਹੇ ਨੇ, ਕਿਉਂਕਿ ਨਾ ਤਾਂ ਇੱਕ ਤਾਂ ਉਹਨਾਂ ਨੇ ਵਿਰਸਾ ਪੜ੍ਹਿਆ ਹੋਇਆ ਹੈ, ਨਾ ਵਿਰਾਸਤ ਦਾ ਪਤਾ ਹੈ, ਨਾ ਸੱਭਿਆਚਾਰ ਦਾ ਪਤਾ ਹੈ। ਤੇ ਜਿਹੜੇ ਇੱਥੇ ਰਹਿ ਗਏ ਨੇ, ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਵੀਡੀਓਜ਼ ਇੱਥੇ ਵੇਖਦੇ ਹਾਂ ਵੀ ਸਿੱਖ ਪਰਿਵਾਰਾਂ ਦੇ ਬੱਚੇ ਜੋ 5 ਤੋਂ ਲੈ ਕੇ 8 ਸਾਲ ਜਾਂ 10 ਸਾਲ ਤੱਕ ਦੀ ਉਮਰ ਦੇ ਹੈਗੇ ਨੇ, ਸਿਰ ਤੇ ਪਟਕਾ ਵੀ ਬੰਨਿਆ ਹੋਇਆ ਆ, ਉਹ ਟਿਕਟੋਕ ਵਰਗੇ ਪਲੇਟਫਾਰਮ ਦੇ ਉੱਤੇ ਜਾਂ YouTube ਤੇ ਜਾਂ ਫੇਸਬੁੱਕ ਉੱਤੇ ਬਹੁਤ ਹੀ ਘਟੀਆ ਦਰਜੇ ਦੀਆਂ ਵੀਡੀਓਜ਼ ਬਣ ਰਹੀਆਂ ਨੇ। ਛੋਟੇ ਬੱਚੇ ਗੈਰ ਸੱਭਿਅਕ ਡਾਇਲੌਗ ਬੋਲ ਰਹੇ ਨੇ ਤੇ ਔਰ ਸਿੱਖ ਮਾਂ-ਬਾਪ ਉਹਨਾਂ ਨੂੰ ਸ਼ੇਅਰ ਕਰ ਰਹੇ ਨੇ ਅੱਗੇ ਵੀ ਸਿੱਖ ਬੱਚਿਆਂ ਦਾ ਕਿਰਦਾਰ
ਜਾਂ ਸਿੱਖ ਪਰਿਵਾਰਾਂ ਦਾ ਕਿਰਦਾਰ, ਸਿੱਖ ਵਿਰਸਾ, ਸਿੱਖ ਸੱਭਿਆਚਾਰ ਉਹ ਬਿਲਕੁਲ ਹੀ ਉਹ ਤੋਂ ਅਣਜਾਣ ਨੇ। ਉਹਦੇ ਵਾਸਤੇ ਕੌਣ ਜ਼ਿੰਮੇਵਾਰ ਨੇ? ਸਾਡੀਆਂ ਸਿੱਖ ਸੰਸਥਾਵਾਂ, ਉਹ ਸਿੱਖ ਮਾਂ-ਬਾਪ, ਜਾਂ ਸਾਡੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਾਡੇ ਚਾਹੇ ਪ੍ਰਚਾਰਕ ਸ਼੍ਰੇਣੀ ਹੋਵੇ ਚਾਹੇ ਕਥਾਵਾਚਕ ਹੋਣ, ਵੀ ਅਸੀਂ ਸਹੀ ਢੰਗ ਦੇ ਨਾਲ ਇਤਿਹਾਸ ਦੱਸਿਆ ਹੁੰਦਾ, ਗੁਰਬਾਣੀ ਦੱਸੀ ਹੁੰਦੀ ਤੇ ਸਾਨੂੰ ਮਾਣ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਇਸ ਲੈਣ ਵਾਲੇ ਪਾਸੇ ਤੋਰ ਲਈਏ। ਮੈਂ ਆਪਣੀ ਗੱਲ ਦੱਸ ਦਿੰਦਾ ਅਕਾਲ ਸਾਹਿਬ, ਜਦੋਂ 2001 ਦੇ ਵਿੱਚ ਦਾਖਲਾ ਲੈਣ ਵਾਸਤੇ ਸਿੱਖ ਮਿਸ਼ਨਰੀ ਕਾਲਜ ਪਹੁੰਚਿਆ ਸੀ, 20 ਸੀਟਾਂ ਸੀ ਉੱਥੇ, 500 ਬੱਚਾ ਇੰਟਰਵਿਊ ਦੇਣ ਆਇਆ ਸੀ। ਅੱਜ 20 ਬੱਚੇ ਮਸਾਂ ਉੱਥੇ ਜਾਂਦੇ ਆ ਇੰਟਰਵਿਊ ਦੇਣ ਦੇ ਵਾਸਤੇ। ਵੀ ਅਸੀਂ ਇੰਨੇ ਅਕਿਰਤਕਣ ਹੋ ਚੁੱਕੇ ਹਾਂ। ਜੇ ਅਸੀਂ ਸਿੱਖਾਂ ਦੀ ਗੱਲ ਵੀ ਕਰੀਏ, ਕਿਤੇ ਨਾ ਕਿਤੇ ਇਹ ਵੀ ਵੱਡਾ ਦੋਸ਼ ਬਣ ਜਾਂਦਾ ਆ। ਤੁਸੀਂ ਇਹਦੇ ਬਾਬਤ ਤੁਸੀਂ ਜਿਹੜੇ ਵਿਵਾਕ ਵਿਚਾਰ ਆਪਣੇ ਕੀ ਸਾਂਝੇ ਕਰਨਾ ਚਾਹੋਗੇ? ਇਹਦੇ ਬਾਰੇ ਮੇਨ ਤੇ ਮੈਂ ਕਹਿੰਦਾ ਜ਼ਿਆਦਾ ਯੋਗਦਾਨ ਸਰਕਾਰਾਂ ਨੂੰ, ਜਿੱਥੇ ਅਸੀਂ ਭੰਡਦੇ ਆ ਉੱਥੇ ਸਾਡੇ ਲੋਕਾਂ ਦਾ ਬੜਾ ਤਕੜਾ ਉਤਸ਼ਾਹ ਹੈ ਇਸ ਚੀਜ਼ ਨੂੰ ਵਧਾਉਣ ਵਾਸਤੇ। ਜਿਹੜੀਆਂ ਜਿਸ ਤਰ੍ਹਾਂ ਜਥੇਬੰਦੀਆਂ ਵਧਾਈਆਂ ਗਈਆਂ ਸੀ, ਮੈਨੂੰ ਚੰਗੀ ਤਰ੍ਹਾਂ ਚੇਤਾ ਵੀ ਅਨੰਦਪੁਰ ਸਾਹਿਬ ਅਸੀਂ ਜਾ ਕੇ ਤੇ ਉੱਥੇ ਕੈਂਪ ਲਾਉਂਦੇ ਤੇ ਫੈਡਰੇਸ਼ਨ ਦਾ ਕੈਂਪ ਲੱਗਣਾ, ਅਨੰਦਪੁਰ ਸਾਹਿਬ ਲੱਗਣਾ, ਅਸੀਂ ਕਦੀ ਦਮਦਮਾ ਸਾਹਿਬ ਜਾ ਕੇ ਲਾਉਣਾ, ਕਿਤੇ ਨਾ ਕਿਤੇ ਸਾਡੇ ਕੈਂਪ ਫੈਡਰੇਸ਼ਨ ਦਾ ਲੱਗਦਾ ਸੀ। ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਆ ਜਾਂਦਾ ਸੀ। ਦਮਦਮੀ ਟਕਸਾਲ ਦਾ ਪ੍ਰਚਾਰ ਹੁੰਦਾ ਸੀ ਵੀ ਵੱਧ ਤੋਂ ਵੱਧ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਵੇ, ਵੱਧ ਤੋਂ ਵੱਧ ਗੁਰੂ ਘਰ ਨਾਲ ਜੋੜਿਆ ਜਾਏ। ਪਰ ਉਹਦੇ ਵਿੱਚ ਜਿਹੜੇ ਸਾਡੇ ਸੰਸਥਾਵਾਂ ਦੇ ਜਿਹੜੇ ਮੋਢੀ ਸਨ, ਉਹ ਤੇ ਖੁਦ ਅੰਮ੍ਰਿਤਧਾਰੀ ਨਹੀਂ ਰਹੇ। ਉਹਨਾਂ ਦੇ ਵਿੱਚ ਬੜੀ ਘਾਟ ਆ ਚੁੱਕੀ। ਅੱਜ ਵੇਖੋ ਸੰਤ ਜਰਨੈਲ ਸਿੰਘ ਦੇ ਜਿਹੜੇ ਲੰਮੀਆਂ ਬਾਹਾਂ ਕਰਕੇ ਕਹਿੰਦੇ ਸਨ, ਸੰਤ ਜਰਨੈਲ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹਨਾਂ ਦੀ ਲੋਕਾਂ ਦੀ ਸੋਚ ਬਦਲ ਗਈ। ਉਹਨਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਮੈਂ ਇਹਦੀ ਗੱਲ ਤੋਂ ਹੁਣ ਭੱਜੂਗਾ ਨਹੀਂ, ਕਿਉਂਕਿ ਅੱਜ ਜਿਹੜੇ ਕਹਿ ਰਹੇ ਨੇ ਸੰਤ ਜਰਨੈਲ ਸਿੰਘ ਦੀ ਸੋਚ ਤੇ, ਉਹ ਕਹਿ ਰਹੇ ਬੀਬੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਾਦਲ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸ਼ਰਮ ਦੀ ਗੱਲ ਵੀ ਸੰਤ ਜਰਨੈਲ ਸਿੰਘ ਦੇ ਸਾਥੀ ਏਡੇ ਨਿਘਾਰ ਆ ਚੁੱਕਾ, ਉਹਦੇ ਵਿੱਚ ਮਾਂ ਪਿਓ ਦਾ ਵੀ ਹੱਥ ਹੈਗਾ। ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਵੇਲੇ ਵੱਧ ਤੋਂ ਵੱਧ ਸਿੰਘਾਂ ਨੂੰ ਲਿਆਇਆ ਜਾਂਦਾ ਸੀ, ਦਮਦਮੀ ਟਕਸਾਲ 'ਚ ਦਾਖਲ ਕਰਾਇਆ ਜਾਂਦਾ ਸੀ, ਫੈਡਰੇਸ਼ਨ 'ਚ ਨੌਜਵਾਨਾਂ 'ਚ ਲਿਆਂਦਾ ਜਾਂਦਾ ਸੀ। ਫੈਡਰੇਸ਼ਨ ਦਾ ਕੰਮ ਸੀ ਕਾਲਜਾਂ ਦੇ ਵਿੱਚ ਜਾਣਾ, ਨੌਜਵਾਨਾਂ ਦੀਆਂ ਫੀਸਾਂ ਵਧਣੀਆਂ ਤੇ ਉਹ ਘਟਾਉਣੀਆਂ, ਨੌਜਵਾਨਾਂ ਨੂੰ ਕੋਈ ਦਿੱਕਤ ਆਉਣੀ ਤੇ ਉਹਦੇ ਬਾਰੇ ਪ੍ਰੇਰਨਾ ਕਰਨਾ। ਪਰ ਦੁੱਖ ਦੀ ਗੱਲ ਹੈ ਅੱਜ ਨੌਜਵਾਨ ਸਾਡਾ ਕਿਤੇ ਡੀਸੀ ਨੂੰ ਮਿਲਣ ਜਾਈਏ, ਕਿਤੇ ਅਸੀਂ ਕਿਸੇ ਵੱਡੇ ਅਫਸਰ ਨੂੰ ਮਿਲਣ ਜਾਈਏ, ਉਹ ਤੇ ਦੁੱਖ ਨਾਲ ਵੇਖਣਾ ਪੈਂਦਾ ਵੀ ਉਹ ਕੁਰਸੀ ਦੇ ਉੱਤੇ ਬੈਠਾ ਜਿਹੜਾ ਵਾ, ਇੱਕ ਜਿਹੜਾ ਕਲੀਨ ਸ਼ੇਪ ਆ, ਜਿਹੜਾ ਸਾਡਾ ਗੁਰਸਿੱਖ ਨਹੀਂ ਦਿਖਦਾ, ਬੜਾ ਮਨ ਨੂੰ ਵਿਆਹੀਨਤਾ ਆਉਂਦੀ ਆ। ਉਹ ਅੱਜ ਕਿੱਥੇ ਇਤਿਹਾਸ ਸੀ ਸਾਡਾ। ਸੰਤ ਜਰਨੈਲ ਸਿੰਘ ਨੇ ਖਾਬ ਕੀ ਵੇਖੇ ਸੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨੇ ਖਾਬ ਕੀ ਵੇਖੇ ਸੀ। ਪਰ ਸਾਡੇ ਕੌਮ ਦੇ ਗਦਾਰਾਂ ਨੇ, ਸਾਡੇ ਜਿਹੜੇ ਵਿੱਚ ਸਾਡੇ ਭਰਾ ਨੇ, ਸਾਡੇ ਵਿੱਚ ਭਰੂਪੀਏ ਨੇ, ਜਿਹੜੇ ਸਾਡੇ ਨਾਲ ਲੱਗੇ ਨੇ, ਉਹਨਾਂ ਨੇ ਸਾਨੂੰ ਖਿੱਚ ਕੇ ਕਿਤੇ ਦਾ ਕਿਤੇ ਲੈ ਗਏ ਨੇ। ਪਰ ਉਹਦੇ ਵਿੱਚ ਮੈਂ ਦੂਜੇ ਨੰਬਰ ਤੇ ਬਾਰ-ਬਾਰ ਵੀਰਾਂ ਨੂੰ ਕਹੂੰਗਾ ਵੀ ਤੁਹਾਡਾ ਵੀ ਬੜਾ ਤਕੜਾ ਹੱਥ ਜੋ। ਅੱਜ ਸੰਤ ਜਰਨੈਲ ਸਿੰਘ ਦੇ ਮਹਾਂਪੁਰਸ਼ਾਂ ਦੇ ਜਿਹੜੇ ਨੇ ਵਾਰਸ, ਚਾਹੇ ਉਹਨਾਂ ਦੇ ਪਰਿਵਾਰ ਦੇ ਵਾਰਸਾਂ ਤੋਂ ਛੱਡੋ ਗੋਲੀ, ਉਹ ਵੀ ਖਤਮ ਹੋ ਚੁੱਕਿਆ। ਉਹ ਸਿਧਾਂਤ ਵੀ ਅੱਜ ਵਿਖਰ ਚੁੱਕਾ ਵਾ। ਉਹ ਵੀ ਕਾਂਗਰਸ ਦੀਆਂ ਬੋਲੀਆਂ ਬੋਲਦੇ ਨੇ, ਸਰਕਾਰਾਂ ਦੀ ਬੋਲੀ ਬੋਲਦੇ ਨੇ। ਪਰ ਜਿਹੜੇ ਉਧਰ ਬੈਠੇ ਵੀਰ ਆ, ਉਹ ਝਾਤੀ ਮਾਰਨ ਜੇ ਸੰਤ ਜਰਨੈਲ ਸਿੰਘ ਦੇ ਸਾਥੀ ਸਨ, ਚਾਹੇ ਜਿਹੜੇ ਉਹਨਾਂ ਦੇ ਨਾਲ ਤੁਰੇ ਸਨ, ਜਿਹੜੇ ਅੱਜ ਘਰਾਂ ਦੇ ਘਰ ਬੇੜਾ ਗਰਕ ਹੋ ਚੁੱਕਾ ਵਾ, ਉਹਨਾਂ ਦੇ ਘਰਾਂ ਦੇ ਵਿੱਚ ਧੀਆਂ ਵਿਆਹੁਣ ਵਾਲੀਆਂ, ਉਹਨਾਂ ਦੀ ਕੀ ਹਾਲਤ ਆ। ਪਰ ਉਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ, ਜਿਹੜੇ ਬੰਦੇ ਰੱਜੇ ਹੋਏ ਆ ਉਹਨਾਂ ਦੇ ਘਰਾਂ ਤੇ ਭੱਜ ਜਾਂਦੇ ਜੋ, ਪਰ ਉਹਨਾਂ ਦੀ ਸੋਚ ਵਾਲਿਆਂ ਨੂੰ ਕਦੇ ਠਾ ਕੇ ਵੇਖਿਆ? ਜਿਨ੍ਹਾਂ ਘਰਾਂ ਦੇ ਵਿੱਚ ਹਾਲਾਤਾਂ ਨੇ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮਾਰਤੇ ਨੇ। ਅੱਜ ਚੁੱਲ੍ਹਿਆਂ ਦੇ ਉੱਤੇ ਅੱਗ ਬਲਣੀ ਬੰਦ ਹੋ ਗਈ ਆ। ਉਹਨਾਂ ਘਰਾਂ ਦੇ ਵਿੱਚ ਚੁੱਲ੍ਹਿਆਂ ਘਾਹ ਉੱਗ ਪਿਆ ਵਾ, ਪਰ ਪੁੱਟਣ ਦੀ ਕੋਸ਼ਿਸ਼ ਕਿਸੇ ਨੇ ਕੀਤੀ ਆ? ਪਰ ਜਥੇਬੰਦੀਆਂ ਬਣਾ ਕੇ ਅਸੀਂ ਇੱਕ ਦੂਜੇ ਨੂੰ ਅਸੀਂ ਉੱਥੇ ਨਾਅਰੇ ਮਾਰੀ ਜਾਂਦੇ ਆ, ਆਓ ਸਾਡੇ ਨਾਲ ਅੱਜ ਤੁਰੋ, ਕੀ ਆ ਸੰਤ ਜਰਨੈਲ ਸਿੰਘ ਸਾਥੀ ਬਣੋ। ਸੰਤ ਜਰਨੈਲ ਸਿੰਘ ਦਾ ਅੱਜ ਵੀ ਵਿਚਾਰ ਉਹੋ ਹੀ ਆ, ਉੱਥੇ ਦੀ ਉੱਥੇ ਆ। ਤੁਰੀਏ ਹੈ ਇੱਕ ਟਕਸਾਲ ਦੇ ਨਾਲ ਰਲ ਕੇ, ਇੱਕ ਟਕਸਾਲ ਵਾਲੇ ਅੱਗੇ ਲਾਈਏ, ਉਹਦੇ ਨਾਲ ਇੱਕ ਬੱਚਾ ਆਪਾਂ ਤੋਰੀਏ। ਕੀ ਗੱਲ ਉੱਥੇ ਬੈਠੇ ਨਾਅਰੇ ਲਾਉਣੇ ਬੜੇ ਸੌਖੇ ਨੇ? ਇੱਥੇ ਆਓ ਸਾਡੇ ਨਾਲ ਤੁਰੋ। ਅਸੀਂ ਫੈਡਰੇਸ਼ਨ ਦੀ ਗੱਲ ਕਰਦੇ, ਜੇ ਅਸੀਂ ਕਰਨਾ ਹੁਣ ਫੈਡਰੇਸ਼ਨਾਂ ਲਾਈਏ। ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੋਂ ਜਿਹੜੀਆਂ ਫੈਡਰੇਸ਼ਨਾਂ ਨਿਕਲੀਆਂ ਨੇ, ਉਹ ਕਿਹੜੀਆਂ ਨਿਕਲੀਆਂ, ਕਿਹੜੇ ਹਾਲਾਤਾਂ 'ਚ ਨਿਕਲੀਆਂ ਨੇ, ਇਹ ਤੁਹਾਨੂੰ ਵੀ ਪਤਾ ਵਾ। ਜਦੋਂ ਸਰਕਾਰ ਨੇ ਲਾਲਚ ਦਿੱਤਾ ਨੇ ਆਪਣੇ ਅਹੁਦਿਆਂ ਨੂੰ ਲੈ ਕੇ, ਆਪਣੇ ਕੋਈ ਨਾ ਕੋਈ ਪਾਉਣ ਵਾਸਤੇ, ਇਹ ਲੋਕ ਭੱਜ ਕੇ ਉੱਧਰ ਨੂੰ ਹੋ ਗਏ। ਅਤੇ ਜਦੋਂ ਬਾਹਰਲੇ ਵੀਰਾਂ ਨੇ ਵੱਧ ਤੋਂ ਵੱਧ ਫੰਡ ਦੇਣਾ ਇਹਨਾਂ ਨੂੰ ਸ਼ੁਰੂ ਕਰਤਾ, ਅੱਜ ਜਦੋਂ ਦਿਨ ਦਿਹਾੜਾ ਆਉਂਦਾ ਵਾ, ਉਦੋਂ ਨਾਅਰੇ ਮਾਰਦੇ ਬੜੇ ਸੋਹਣੇ ਲੱਗਦੇ ਨੇ। ਇਹਨਾਂ ਨੂੰ ਅੱਜ ਨਾਅਰੇ ਤਾਂ ਮਾਰਦੇ ਨੇ, ਉੱਧਰੋਂ ਵੀਰ ਪੈਸੇ ਭੇਜਦੇ ਨੇ। ਇਹ ਲੋਕ ਫਿਰ ਉੱਥੇ ਦੇ ਉੱਥੇ ਕਦੇ ਕਿਸੇ ਦੇ ਘਰ ਜਾ ਕੇ ਕਿਸੇ ਨੇ ਇਹਨਾਂ ਹਾਲਤ ਪੁੱਛੀ ਆ ਕੀ ਹਾਲਤ ਆ? ਪਰ ਦੁੱਖ ਦੀ ਗੱਲ ਉਹਦੇ ਵਿੱਚ ਜਿੱਥੇ ਇਹ ਲੋਕਾਂ ਦਾ ਹੱਥ ਆ, ਉੱਥੇ ਉਹਨਾਂ ਦਾ ਵੀ ਹੱਥ ਆ। ਕਹਿਣ ਤੋਂ ਭਾਵ ਕਿ ਜੇਕਰ ਅਸੀਂ ਗੱਲ ਕਰੀਏ ਵੀ ਜਿੱਥੇ ਭਾਰਤੀ ਹੁਕੂਮਤ ਨੇ ਵੱਡਾ ਨੁਕਸਾਨ ਕੀਤਾ, ਉਹਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਸਾਡੀਆਂ ਸਿੱਖ ਸੰਸਥਾਵਾਂ ਜਾਂ ਆਪੂ ਬਣੀਏ ਕੌਮ ਦੇ ਠੇਕੇਦਾਰ ਆਪਾਂ ਕਹਿ ਸਕਦੇ ਹਾਂ, ਜਾਂ ਕੌਮ ਦੇ ਆਗੂ, ਆਪੂ ਬਣੇ ਹੋਏ ਕੌਮ ਦੇ ਆਗੂ, ਉਹ ਵੀ ਬਰਾਬਰ ਕਟਹਿਰੇ ਵਿੱਚ ਖੜੇ ਕਰਨੇ ਚਾਹੀਦੇ ਨੇ। ਉਹਨਾਂ ਤੋਂ ਵੀ ਪੁੱਛਣਾ ਚਾਹੀਦਾ ਆ ਕਿ 36 ਸਾਲ ਬੀਤਣ ਤੋਂ ਬਾਅਦ ਕੀ ਪ੍ਰਾਪਤੀ ਉਹਨਾਂ ਨੇ ਕਰਕੇ ਦਿੱਤੀ,
ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਫੰਡ ਇਕੱਠੇ ਕੀਤੇ ਗਏ, ਪਰ ਪ੍ਰਾਪਤੀ ਜਿਹੜੀ ਹੈ ਉਹ ਸਿਫਰ ਦੀ ਸਿਫਰ ਰਹੀ। ਜਥੇਦਾਰ ਤਾਂ ਸਾਰੇ ਬਣ ਗਏ, ਪਰ ਜਥੇਦਾਰਾਂ ਪਿੱਛੇ ਜਥੇ ਜਿਹੜੇ ਨੇ ਉਹ ਨਹੀਂ ਰਹੇ। ਜਥੇ ਉਦੋਂ ਹੀ ਬਣਦੇ ਸੀ ਜਦੋਂ ਜਥੇਦਾਰ ਜਦ ਜੀਵਨ ਹੋਣਾ ਸੀ, ਜਦੋਂ ਉਹ ਭਾਵਨਾ ਹੋਣੀ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਜਦ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਵਾਲੀ ਜਿਹੜੀ ਭਾਵਨਾ ਉਹ ਬਣਦੀ ਤਾਂ ਸ਼ਾਇਦ ਕੋਈ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਸੀ। ਪਰ ਮੈਨੂੰ ਕਾਲੋ ਸਾਹਿਬ ਕਈ ਵਾਰੀ ਇਦਾਂ ਵੀ ਲੱਗਦਾ ਬਈ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਵਾਲੀ ਗੱਲ ਹੈ ਨਾ ਜਿਹੜੀ, ਕਿ ਪੰਥ ਵਸਦਾ ਰਵੇ। ਅੱਜ ਅਸੀਂ ਆਪਣੇ ਆਪ ਨੂੰ ਪੰਥ ਮੰਨ ਲਿਆ ਤੇ ਆਪਣੇ ਚੰਮਦੀਆਂ ਚਲਾ ਕੇ ਅਸੀਂ ਆਪਣੇ ਹੁਕਮ ਜਿਹੜੇ ਉਹ ਪੰਥ ਉੱਤੇ ਥੋਪਣਾ ਚਾਹੁੰਦੇ ਆ, ਤੇ ਸ਼ਾਇਦ ਇਹ ਕਰ ਰਹੇ ਪੰਥ ਦੇ ਤੌਰ ਤੇ ਅਸੀਂ ਆਪ ਤਾਂ ਵਸ ਰਹੇ ਹਾਂ, ਪਰ ਕੌਮ ਦਾ ਜਿਹੜਾ ਆ ਬੇੜਾ ਕਰਕੇ ਵੱਡੇ ਪੱਧਰ ਤੇ ਅਸੀਂ ਕਰ ਰਹੇ ਹਾਂ। ਸੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ 36 ਸਾਲ ਦਾ ਸਮਾਂ ਪੂਰਾ ਹੁੰਦਾ ਆ, ਔਰ ਅਸੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਅਕਾਲ ਚੈਨਲ ਦੀ ਸਮੁੱਚੀ ਟੀਮ ਕੋਟਾਨਕੋਟ ਪ੍ਰਣਾਮ ਕਰਦੀ ਹੈ, ਉਹਨਾਂ ਦੀ ਸ਼ਹਾਦਤਾਂ ਨੂੰ। ਅਖੀਰ ਦੇ ਵਿੱਚ ਤੁਸੀਂ ਜਿਹੜਾ 1 ਮਿੰਟ ਦੇ ਵਿੱਚ ਕੀ ਸੁਨੇਹਾ ਜਿਹੜਾ ਆ ਸਮੁੱਚੇ ਪੰਥ ਨੂੰ ਇਸ ਮੌਕੇ ਦੇਣਾ ਚਾਹੋਗੇ? ਦਾਤ ਤੇ ਹਰ ਵਾਰੀ ਇਹੋ ਗੱਲ ਕਰਦਾ ਵਾ, ਕਿਤੇ ਪ੍ਰੋਗਰਾਮ ਹੋਏ ਇੱਕ ਤੇ ਮੈਂ ਕਹਿੰਦਾ ਕਰੇ ਗਲਵੱਕੜੀ ਪਾ ਕੇ ਮਾਲਕ ਮਿਹਰ ਕਰੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਸਾਨੂੰ ਗਲਵੱਕੜੀ ਪਾ ਕੇ ਇੱਕ ਥਾਂ ਬਹਿਣ ਦਾ ਕਿਤੇ ਮੌਕਾ ਮਿਲ ਜਾਵੇ, ਅਸੀਂ ਇੱਕ ਥਾਂ ਬਹੀਏ ਸਾਰੇ ਜਾਣੇ। ਉਹਦੇ ਨਾਲ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਮਨਾਉਣਾ ਅਸੀਂ ਇੱਕ ਥਾਂ ਮਨਾ ਸਕੀਏ। ਅਸੀਂ ਸਾਰਿਆਂ ਵੀਰਾਂ ਨੂੰ ਕਹਿੰਦੇ ਆ ਵੀ ਅਸੀਂ ਇਕੱਤਰਤਾ ਹੋਣੀ ਜ਼ਰੂਰੀ ਆ, ਇੱਕ ਥਾਂ ਹੋਈਏ, ਇੱਕ ਥਾਂ ਹੋ ਕੇ ਤੇ ਆਪਾਂ ਨਾਅਰਾ ਦਈਏ, ਨਾਅਰਾ ਦੇਵਾਂਗੇ ਤੇ ਆਪਾਂ ਜ਼ਰੂਰ ਬੁਲੰਦੀਆਂ ਜਾਵਾਂਗੇ। ਸਮੁੱਚਿਆਂ ਨੂੰ ਸਾਰਿਆਂ ਨੂੰ ਮੈਂ ਏਕਤਾ ਬਾਰੇ ਜ਼ਿਆਦਾ ਕਹਿਣਾ ਚਾਹੁੰਦਾ ਵਾਂ ਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਨੀ ਚਾਹੁੰਦਾ, ਪਾਤਸ਼ਾਹ ਮਿਹਰ ਕਰ, ਜਿਹੜਾ ਰੁਕਿਆ ਹੋਇਆ ਸੰਘਰਸ਼ ਆ ਉਹ ਗਾਂਹ ਤੋਰ ਸਕੀਏ, ਅਸੀਂ ਇਕੱਠੇ ਹੋ ਕੇ ਹਮਲਾ ਮਾਰੀਏ। ਬਿਲਕੁਲ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਤੇ ਬੜੀ ਕਮਾਲ ਦਾ ਇੱਕ ਮੈਨੂੰ ਸਵੇਰੇ ਮੈਸੇਜ WhatsApp ਤੇ ਮਿਲਿਆ, ਉਹਦੀ ਮੈਂ ਸਤਰ ਜ਼ਰੂਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹਾਂਗੇ। ਕਹਿੰਦੇ ਨੇ ਕੌਮ ਘੱਲੂ ਘਾਰਿਆਂ ਦੇ ਨਾਲ ਕਦੇ ਖਤਮ ਨਹੀਂ ਹੁੰਦੀ, ਪਰ ਜੇ ਉਹ ਘੱਲੂ ਘਾਰਿਆਂ ਨੂੰ ਭੁੱਲਣ ਲੱਗ ਜਾਵੇ ਤਾਂ ਫਿਰ ਇੱਕ ਦਿਨ ਜ਼ਰੂਰ ਖਤਮ ਹੋ ਜਾਏਗੀ। ਸੋ ਆਪਣੇ ਉਹਨਾਂ ਸਮੂਹ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਡੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ, ਔਰ ਆਪਣੀ ਆਉਣ ਵਾਲੀ ਪਨੀਰੀ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਆਪਣੇ ਵਿਰਸੇ, ਵਿਰਾਸਤ, ਸੱਭਿਆਚਾਰ ਔਰ ਸਿੱਖ ਸਿਧਾਂਤਾਂ, ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਵੀ ਸੂਰਮੇ ਬਣ ਸਕਣ, ਉਹ ਵੀ ਸੱਚੇ ਸਿੱਖ ਬਣ ਕੇ ਮਨੁੱਖਤਾ ਦੀ ਭਲਾਈ ਦੇ ਖਾਤਰ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਸਕਣ। ਸੋ ਲੈਂਦੇ ਹਾਂ ਜੀ ਇਜਾਜ਼ਤ। ਬਹੁਤ ਧੰਨਵਾਦ ਕਾਲੋ ਸਾਹਿਬ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।